ਵਾਹਿਗੁਰੂ ਜੀ ਕੀ ਫਤਿਹ। ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਗਲ ਕ੍ਰਿਆ ਮਹਿ ਉੱਤਮ ਕ੍ਰਿਆ, ਸਾਧ ਸੰਗ ਦੁਰਮਤ ਮਲ ਹਿਰਿਆ। ਸਗਲ ਉਦਮ ਮਹਿ ਉਦਮ ਭਲਾ, ਹਰ ਕਾ ਨਾਮ ਜਪਹੁ ਜੀ ਸਦਾ। ਸਗਲ ਬਾਣੀ ਮਹਿ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਨੀ। ਸਗਲ ਥਾਨ ਤੇ ਉਹ ਉਤਮ ਥਾਨ, ਨਾਨਕ ਜਿਹ ਘਟ ਵਸੈ ਹਰ ਨਾਮ। ਸਗਲ ਥਾਨ ਤੇ ਉਹ ਉਤਮ ਥਾਨ, ਨਾਨਕ ਜੇ ਘਟ ਵਸੈ ਹਰ ਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਜੀ, ਅੱਜ ਅਸੀਂ ਜਿਹੜੀ ਵਿਚਾਰ ਚੱਲ ਰਹੀ ਸੀ ਤੀਸਰੀ ਅਸ਼ਟਪਦੀ ਦੀ, ਜਿਹੜਾ ਅਸੀਂ ਆਖਰੀ ਪਦਾ ਅੱਜ ਅਸੀਂ ਵਿਚਾਰਨਾ ਹੈ। ਉਸ ਅਸ਼ਟਪਦੀ ਦੇ ਪਹਿਲੇ ਜਿਹੜਾ ਸ਼ਲੋਕ ਲਿਖਿਆ ਹੋਇਆ ਸੀ, ਅਸੀਂ ਉਹ ਸ਼ਲੋਕ ਵਿਚਾਰ ਚੁੱਕੇ ਹਾਂ ਕਿ ਸਤਿਗੁਰੂ ਜੀ ਕਹਿੰਦੇ, ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰਿ ਨਾਨਕ ਨਾਮ ਅਮੋਲ। ਕਿ ਪ੍ਰਭੂ ਦੇ ਨਾਮ ਤੱਕ ਕੁਝ ਵੀ ਪਹੁੰਚ ਨਹੀਂ ਸਕਦਾ, ਭਾਵ ਉਹਦੇ ਬਰਾਬਰ ਕੁਛ ਨਹੀਂ ਹੈ। ਸੋ ਆਓ ਜੀ, ਅੱਜ ਜਿਹੜਾ ਅਸੀਂ ਪਦਾ ਆਰੰਭ ਕਰਨਾ ਹੈ, 8ਵਾਂ ਤੇ ਆਖਰੀ ਪਦਾ ਹੈ ਤੀਸਰੀ ਅਸ਼ਟਪਦੀ ਦਾ। ਆਪ ਅਸੀਸ ਬਖਸ਼ੋ, ਜਿੰਨੇ ਜੁੜੇ ਹੋ, ਕੋਈ ਵੀ ਰਸਨਾ ਵਿਰਬੀ ਨਾ ਰਹੇ। ਇੱਕ ਵਾਰੀ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰੀ ਫਿਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਤਿਗੁਰੂ ਜੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਹੈ ਕਿ ਇਸ ਧਰਤੀ ਦੇ ਉੱਤੇ ਧਰਮਾਂ ਦੀ ਪਰਿਭਾਸ਼ਾ ਲੋਕਾਂ ਨੇ ਆਪਣੀ ਆਪਣੀ ਬਣਾ ਲਈ ਹੈ। ਲੋਕੀ ਕਹਿੰਦੇ ਆ ਕਿ ਧਰਮ ਦਾ ਮਤਲਬ ਹੈ ਇਹ ਫਿਰਕਾ, ਇਹ ਰਸਤਾ, ਇਹ ਮਾਰਗ। ਉਹ ਹਿੰਦੂ ਹੈ, ਉਹ ਮੁਸਲਮਾਨ ਹੈ, ਉਹਦਾ ਉਹ ਧਰਮ ਹੈ, ਉਹਦਾ ਉਹ ਧਰਮ ਹੈ। ਧਰਮ ਦੀ ਜਿਹੜੀ ਪਰਿਭਾਸ਼ਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ, ਸਾਹਿਬ ਜੀ ਕਹਿੰਦੇ ਧਰਮ ਦੀ ਸਿੱਧੀ ਪਰਿਭਾਸ਼ਾ ਹੈ ਜ਼ਿੰਮੇਵਾਰੀ। ਜ਼ਿੰਮੇਵਾਰੀ ਤੋਂ ਭਾਵ ਹੈ ਕਿ ਤੁਸੀਂ ਕਰਨਾ ਕੀ ਹੈ, ਤੁਸੀਂ ਕਰਨ ਕੀ ਆਇਓ। ਤੇ ਮਹਾਰਾਜ ਜੀ ਨੇ ਬਾਣੀ 'ਚ ਬਾਰੰਬਾਰ ਕਿਹਾ ਹੈ, ਪ੍ਰਾਣੀ ਤੂੰ ਆਇਓ ਲਾਹਾ ਲੈਣ। ਤੂੰ ਇਸ ਧਰਤੀ ਤੇ ਲਾਹਾ ਲੈਣ ਵਾਸਤੇ ਆਇਆ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁਫਕੜੇ, ਸਭ ਮੁਕਦੀ ਚੱਲੀ ਰਹਿਣ। ਕੁਫਕੜੇ ਕਿ ਤੂੰ ਕੁਫਕੜੇ ਕੰਮ, ਕਿਹੜੇ ਤੂੰ ਮਾੜੇ ਕੰਮ ਦੇ ਵਿੱਚ ਪੈ ਗਿਆ। ਤੂੰ ਇੱਥੇ ਤੇ ਫਕੀਰੀ ਕਮਾਉਣ ਆਇਆ ਸੀ, ਭਾਵ ਕਿ ਤੂੰ ਬੇਪਰਵਾਹ ਹੋ ਕੇ ਜ਼ਿੰਦਗੀ ਬਤੀਤ ਕਰਨ ਆਇਆ ਸੀ, ਤੇ ਤੂੰ ਕਿੱਥੇ ਫਿਕਰ ਚਿੰਤਾ ਝੋਰਿਆਂ ਦੇ ਵਿੱਚ ਪੈ ਗਿਆ। ਤੂੰ ਕਿਹੜੇ ਕੰਮਾਂ ਦੇ ਵਿੱਚ ਪੈ ਗਿਆ। ਇਹਨੂੰ ਕਿਹਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਭਜ ਕੇਵਲ ਨਾਮ ਦਾ ਇਹ ਮਤਲਬ ਹੈ ਕਿ ਜਦ ਤੂੰ ਸੰਗਤ ਕਰਨੀ ਹੈ ਤੇ ਫਿਰ ਤੂੰ ਸਿਰਫ ਔਰ ਸਿਰਫ ਉਸ ਨਾਮ ਨੂੰ ਹੀ ਚੇਤੇ ਕਰਨਾ ਹੈ, ਪ੍ਰਭੂ ਨੂੰ ਚੇਤੇ ਕਰਨਾ ਹੈ। ਇਹ ਨਾ ਹੋਏ ਕਿ ਸਾਰਾ ਦਿਨ ਤੇ ਕੁਫਕੜੇ ਕਰਦੇ ਰਹੀਏ ਅਸੀਂ, ਤੇ ਬੰਦਗੀ ਦਾ ਥੋੜਾ ਸਮਾਂ ਨੀਅਤ ਕੀਤਾ, ਉੱਥੇ ਬੈਠੀਏ, ਬੰਦਗੀ ਦੇ ਸਮੇਂ ਸੰਗਤ ਕਰੀਏ, ਗੁਰੂ ਘਰ ਜਾਈਏ, ਗੁਰਦੁਆਰਾ ਸਾਹਿਬ ਜਾਈਏ, ਇਸਤਕਬਾਲ ਕਰੀਏ, ਨਮੋ ਕਰੀਏ, ਬੈਠੀਏ, ਤੇ ਉੱਥੇ ਵੀ ਕੀਰਤਨ ਕਥਾ ਇੱਕ ਪਾਸੇ ਚੱਲ ਰਿਹਾ ਤੇ ਸਾਡਾ ਮਨ ਕੁਫਕੜਿਆਂ ਦੇ ਵਿੱਚ ਹੀ ਭਜਿਆ ਫਿਰਦਾ। ਮਹਾਰਾਜ ਕਹਿੰਦੇ ਘੱਟੋ ਘੱਟ ਜਿਹੜਾ ਸਮਾਂ ਸੰਗਤ ਵਾਸਤੇ ਨੀਅਤ ਕੀਤਾ ਸੀ ਭਾਈ, ਉਹ ਤੇ ਜਪ ਲੈ। ਉਹਦੇ ਵਿੱਚ ਤੇ ਤੂੰ ਨਾਮ ਜਪ ਲੈ ਕਿ ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕੇਵਲ ਨਾਮ ਭਾਵ ਸੰਗਤ ਦੇ ਵਿੱਚ ਕੇਵਲ ਨਾਮ ਹੀ ਹੈ। ਤੇ ਅੱਜ ਵੀ ਅਸੀਂ ਭਾਵੇਂ ਅਸੀਂ ਸਰੀਰ ਕਰਕੇ ਆਪਣੇ ਆਪਣੇ ਘਰਾਂ ਵਿੱਚ ਬੈਠੇ ਹਾਂ, ਪਰ ਸੁਰਤ ਕਰਕੇ ਕੋਈ ਹੋਏ ਹਾਂ। ਅਸੀਂ ਭਾਵੇਂ YouTube ਤੇ ਬੈਠੇ ਹਾਂ, ਜ਼ੂਮ ਐਪ ਤੇ, ਭਾਵੇਂ ਅਸੀਂ ਫੇਸਬੁੱਕ, ਪਲੈਟਫਾਰਮਸ ਡਿਫਰੈਂਟ ਹੋ ਸਕਦੇ, ਘਰ ਵੱਖਰੇ ਹੋ ਸਕਦੇ ਹੈ, ਪਰ ਬਾਣੀ ਦੇ ਵਿੱਚ ਸੁਰਤ ਟਿਕਾਉਣੀ, ਉਹ ਸਾਰੀ ਸੁਰਤੀ ਇੱਕ ਹੋ ਸਕਦੀ ਹੈ। ਸਭ ਸੁਰਤੀ ਮਿਲ ਸੁਰਤ ਕਮਾਈ। ਸਾਰੀਆਂ ਦੀ ਸੁਰਤੀਆਂ ਇਕੱਠੀਆਂ ਹੋ ਕੇ ਇੱਕ ਨਾਮ ਦੇ ਵਿੱਚ। ਤੇ ਸਤਿਗੁਰੂ ਜੀ ਕਹਿੰਦੇ ਸਤ ਸੰਗਤ ਐਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ, ਇਹੀ ਸੰਗਤ ਹੈ ਜੀ। ਇਹਨੂੰ ਵੀ ਸੰਗਤ ਦਾ ਰੂਪ ਦਿੱਤਾ। ਸਤ ਸੰਗਤ ਐਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਇਹ ਸੱਚੇ ਪਾਤਸ਼ਾਹ ਜੀ ਨੇ ਇਹ ਵਾਲਾ ਬੁਝਾ ਕੇ ਦਿੱਤਾ ਨਾਮ, ਕਿ ਅਸਲ ਇਹੀ ਹੈ, ਇਹੀ ਜ਼ਿੰਦਗੀ ਦਾ ਮਨੋਰਥ ਹੈ, ਇਹੀ ਜ਼ਿੰਦਗੀ ਦਾ ਸਭ ਤੋਂ ਉੱਤਮ ਕਰਮ ਹੈ। ਤੇ ਗੁਰੂ ਅਰਜਨ ਸਾਹਿਬ ਜੀ ਵੀ ਇਹੀ ਕਹਿੰਦੇ ਭਲਿਓ ਕਿ ਸਰਬ ਧਰਮ ਮਹਿ ਸ੍ਰੇਸ਼ਟ ਧਰਮ।
ਇਹ ਨਾ ਸਮਝ ਲਿਓ ਧਰਮ ਦਾ ਮਤਲਬ ਉਹ ਹਿੰਦੂ ਧਰਮ ਸ੍ਰੇਸ਼ਟ ਹੈ, ਉਹ ਮੁਸਲਮਾਨ ਸ੍ਰੇਸ਼ਟ ਹੈ, ਉਹ ਈਸਾਈ ਸ੍ਰੇਸ਼ਟ ਹੈ ਤੇ ਅਸੀਂ ਹੋਰ ਸ੍ਰੇਸ਼ਟ ਹੈਗੇ ਹਾਂ। ਨਹੀਂ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਪੁੱਛਿਆ ਸੀ ਕੀ ਸ੍ਰੇਸ਼ਟ ਹੈ। ਮਹਾਰਾਜ ਜੀ ਨੇ ਇਹੀ ਉੱਤਰ ਦਿੱਤਾ ਸੀ ਕਿ ਇਹ ਪ੍ਰਸ਼ਨ ਸੀ ਕਿ ਬਾਬਾ ਆਖੇ ਹਾਜੀਆ, ਭਾਈ ਗੁਰਦਾਸ ਜੀ ਨੇ ਲਿਖਿਆ ਕਿ ਤੁਸੀਂ ਦੱਸੋ ਕਿ ਕੌਣ ਹੈ, ਹਿੰਦੂ ਵੱਡਾ ਕਿ ਮੁਸਲਮਾਨੋਈ, ਕਿ ਹਿੰਦੂ ਵੱਡਾ ਹੈ ਜਾਂ ਮੁਸਲਮਾਨੋਈ ਹੈ। ਪ੍ਰਸ਼ਨ ਪੁੱਛਿਆ ਗਿਆ ਕਿ ਤੁਸੀਂ ਦੱਸੋ। ਹਾਜੀ ਨੇ ਪੁੱਛਿਆ ਗੁਰੂ ਨਾਨਕ ਸਾਹਿਬ ਜੀ ਨੂੰ। ਫਿਰ ਗੁਰੂ ਨਾਨਕ ਸਾਹਿਬ ਕਹਿੰਦੇ ਬਾਬਾ ਆਖੇ ਹਾਜੀਆ ਸ਼ੁਭ ਅਮਲਾ ਬਾਜੋਂ ਦੋਨੋਂ ਰੋਈ। ਕਹਿੰਦੇ ਜੇ ਸ਼ੁਭ ਅਮਲ ਨਹੀਂ ਹੈਗੇ, ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਸ਼ੁਭ ਕਰਮ ਨਹੀਂ ਹੈ, ਇਫ ਯੂ ਡੋਂਟ ਨੋ ਹਾਊ ਟੂ ਲਿਵ ਅ ਵਰਚੁਅਸ ਵੇ ਆਫ ਲਾਈਫ, ਹਾਊ ਟੂ ਗੈਟ ਦ ਐਥੀਕਲ ਵੇ ਆਫ ਲਾਈਫ, ਜੇ ਤੁਹਾਡੀ ਜ਼ਿੰਦਗੀ 'ਚ ਐਥਿਕਸ ਹੀ ਨਹੀਂ ਹੈਗੇ, ਫਿਰ ਤੁਹਾਨੂੰ ਧਰਮੀ ਕਹਾਉਣ ਦਾ ਕੋਈ ਅਧਿਕਾਰ ਨਹੀਂ। ਫਿਰ ਤੁਸੀਂ ਧਰਮ ਨੂੰ ਵੀ ਮੈਲਾ ਕਰ ਦੋਗੇ, ਫਿਰ ਤੁਸੀਂ ਇੰਡੀਵਿਜੂਅਲ ਤੌਰ 'ਤੇ ਇੱਕ ਧਰਮ ਦੇ ਇੰਸਟੀਟਿਊਸ਼ਨ ਨੂੰ ਵੀ ਬਦਨਾਮ ਕਰ ਦੋਗੇ ਜੇ ਤੁਹਾਡੇ ਅੰਦਰ ਐਥੀਕਲ ਵੈਲਿਊਜ਼ ਨਹੀਂ ਹੈਗੀਆਂ। ਸਭ ਤੋਂ ਸਿਰਮੌਰ ਤੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹੈ ਕਿ ਐਥੀਕਲ ਵੈਲਿਊਜ਼ ਹੈਗੀਆਂ। ਐਥੀਕਲ ਵੈਲਿਊਜ਼ ਦੇ ਵਿੱਚ ਕੀ ਕੁਛ ਆਉਂਦਾ ਹੈ? ਝੂਠ, ਫਰੇਬ ਇਹ ਨਹੀਂ ਹੋਣਾ ਚਾਹੀਦਾ, ਧੋਖਾ ਨਹੀਂ ਹੋਣਾ ਚਾਹੀਦਾ, ਬੋਲਣ ਦੀ ਜਾਂਚ ਆਉਣੀ ਚਾਹੀਦੀ, ਦੂਸਰੇ ਦੀ ਸਪੇਸ ਹੋਣੀ ਚਾਹੀਦੀ, ਦੂਸਰੇ ਨੂੰ ਬਰਦਾਸ਼ਤ ਕਰਨ ਦੀ ਸਾਡੇ ਅੰਦਰ ਹਿੰਮਤ ਹੋਣੀ ਚਾਹੀਦੀ। ਤਾਈਓ ਗੁਰੂ ਨਾਨਕ ਸਾਹਿਬ ਨੇ ਕਿਹਾ ਸੱਚੋ ਔਰ ਸਭ ਕੋ ਉੱਪਰ ਸੱਚ ਆਚਾਰ। ਇਹ ਤੇ ਮੰਨਿਆ ਕਿ ਸਾਰੀ ਸ੍ਰਿਸ਼ਟੀ ਦੇ ਵਿੱਚ ਇੱਕ ਸੱਚ ਵੱਡਾ ਹੈ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਸੱਚ ਤੋਂ ਵੀ ਵੱਡਾ ਹੈ ਐਥੀਕਲ ਡੀਡਸ, ਵਰਚੁਅਸ ਵੇ ਆਫ ਲਾਈਫ। ਅੱਜ ਸਾਡੇ ਵਿੱਚ ਉਹ ਗਵਾਚ ਗਈ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਇਹੀ ਸਭ ਤੋਂ ਵੱਡਾ ਧਰਮ ਹੈ। ਇਹਨੂੰ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜੋਤ ਪੰਜਵੇਂ ਜਾਮੇ ਦੇ ਵਿੱਚ ਜਦ ਵਰਤੀ, ਧੰਨ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਪੜ੍ਹ ਰਹੇ ਹਾਂ, ਉਹਨਾਂ ਨੇ ਵੀ ਕਹਿ ਦਿੱਤਾ ਕਿ ਭਾਈ ਇਹ ਧਰਮ ਦੇ ਰੋਲੇ ਨਾ ਪਾਇਓ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅਲਾਏ, ਕੋਈ ਨਾਵੈ ਤੀਰਥ, ਕੋਈ ਹਜ ਜਾਏ, ਕੋਈ ਕਰੇ ਪੂਜਾ, ਕੋਈ ਸਿਰ ਨਵਾਏ, ਕੋਈ ਪੜ੍ਹੈ ਵੇਦ, ਕੋਈ ਕਤੇਬ, ਕੋਈ ਓੜੈ ਨੀਲ, ਕੋਈ ਸੁਫੇਦ। ਇਹਨਾਂ ਰੋਲਿਆਂ ਦੇ ਵਿੱਚ ਨਾ ਪੈ ਜਿਓ। ਕੋਈ ਸਵਰਗ ਵੱਲ ਤੁਰਿਆ ਤੇ ਕੋਈ ਕਹਿੰਦਾ ਮੈਂ ਬਹਿਸ਼ਤ ਨੂੰ ਲੱਭਦਾ ਹਾਂ। ਸਤਿਗੁਰੂ ਜੀ ਕਹਿੰਦੇ ਇਹ ਸਭ ਫੋਕਟ ਨੇ, ਸਭ ਫੋਕਟ ਹੈ। ਅਸਲ ਧਰਮ ਸਮਝੋ ਕੀ ਹੈ? ਅਸਲ ਧਰਮ ਇਹ ਹੈ ਬੰਦਗੀ ਇਖਤਿਆਰ, ਸਾਹਿਬ ਰੋਸ ਧਰੋਂ ਕੇ ਪਿਆਰ। ਬੰਦਾ ਬਣ ਜੇ ਨਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਇਹ ਧਰਮ ਹੈ। ਪਰ ਬੰਦਾ ਨਹੀਂ ਹੈ। ਬੰਦੇ ਦਾ ਹਾਲ ਇਹ ਹੈ ਕਿ ਬੰਦਾ ਪਸ਼ੂਆਂ ਤੋਂ ਵੀ ਗਿਰਿਆ ਹੋਇਆ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪ੍ਰਚਾਰਾ ਕਰੇ ਦਿਨ ਰਾਤ। ਪਰ ਦੁਨੀਆ ਦੇ ਲੋਕ ਪ੍ਰਚਾਰ ਕਰਕੇ ਰੋਲਾ ਪਾ ਕੇ ਕਹਿ ਰਹੇ ਕਿ ਸਾਡੇ ਤੋਂ ਚੰਗਾ ਕੋਈ ਨਹੀਂ। ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਮੈਂ ਵੇਖ ਰਿਹਾ, ਤੁਸੀਂ ਆਪਣੇ ਆਪ ਨੂੰ ਦੁਨੀਆ ਦੇ ਵਿੱਚ ਪਸਾਰਾ ਕਰਾ ਰਹੇ ਹੋ ਕਿ ਤੁਹਾਡੇ ਤੋਂ ਚੰਗਾ ਕੋਈ ਨਹੀਂ, ਪਰ ਤੁਹਾਡੀ ਜਿਹੜੀ ਕਰਤੂਤ, ਸਾਡੀ ਜਿਹੜੀ ਕਰਤੂਤ ਹੈ ਉਹ ਪਸ਼ੂਆਂ ਤੋਂ ਵੀ ਨੀਚ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ। ਸਤਿਗੁਰੂ ਜੀ ਇਹੀ ਕਹਿੰਦੇ ਸਰਬ ਧਰਮ ਮੈਂ ਹੈ ਸ੍ਰੇਸ਼ਟ ਧਰਮ। ਸਰਬ ਧਰਮ ਦਾ ਮਤਲਬ ਆ ਗਿਆ ਜੀ, ਦੇਖ ਲਿਓ, ਜਿੱਥੇ ਧਰਮ ਦੇ ਮੰਮੇ ਨੂੰ ਔਂਕੜ ਨਹੀਂ ਹੈ, ਪਹਿਲਾ ਧਰਮ ਹੈ ਉਹਦਾ ਮਾਂ ਮੁਕਤਾ ਹੈ। ਇਹਦਾ ਮਤਲਬ ਬਹੁਵਚਨ ਨਾਲ ਗ੍ਰਾਮੈਟਿਕਲੀ ਵੀ ਸਮਝ ਲਈਏ ਸਰਬ ਧਰਮ, ਸਾਰੇ ਧਰਮ ਜਿਹੜੇ ਅਸੀਂ ਬਣਾਈ ਫਿਰਦੇ ਹਾਂ। ਪਰ ਮਹਿ ਸ੍ਰੇਸ਼ਟ ਧਰਮ ਉੱਥੇ ਮਾਂ ਨੂੰ ਔਂਕੜ ਹੈ, ਇੱਕ ਵਚਨ ਸਿੰਗੂਲਰ, ਕਿ ਸਾਰਿਆਂ ਵਿੱਚੋਂ ਇੱਕ। ਕਿਹੜਾ? ਇਹ ਵੀ ਨਹੀਂ, ਭਗਵਾ ਵੀ ਨਹੀਂ, ਨੀਲਾ ਵੀ ਨਹੀਂ, ਪੀਲਾ ਵੀ ਨਹੀਂ, ਕਾਲਾ ਵੀ ਨਹੀਂ, ਉਹ ਵੀ ਨਹੀਂ, ਇਹ ਵੀ ਨਹੀਂ, ਉਹ ਵਾਲਾ ਮਾਰਗ ਵੀ ਨਹੀਂ, ਐ ਵੀ ਨਹੀਂ, ਪਿੰਡੇ ਤੇ ਵਿਭੂਤੀ ਮਲਣ ਵਾਲਾ ਵੀ ਨਹੀਂ। ਇਹ ਜੇ ਵਿਭੂਤੀ ਮਲ ਕੇ ਪ੍ਰਮਾਤਮਾ ਦੀ ਪ੍ਰਾਪਤੀ ਹੋਣੀ ਸੀ, ਫਿਰ ਖੋਤੇ ਦੇ ਉੱਤੇ ਜੇ ਚੰਦਨ ਦਾ ਲੇਪ ਵੀ ਮਲ ਦੋ ਤੇ ਤਾਂ ਵੀ ਉਹ ਬ੍ਰਹਮ ਗਿਆਨਤਾ ਦੀ ਪ੍ਰਾਪਤੀ ਨਹੀਂ ਕਰ ਸਕਦਾ। ਜੇ ਕੋਈ ਕਹਿੰਦਾ ਮੈਂ ਇਕੱਲਾ ਦੁੱਧਾ ਧਾਰੀ ਹਾਂ ਤੇ ਜੰਮਦਾ ਬੱਚਾ ਆਪਣੀ ਮਾਂ ਦਾ ਦੁੱਧ ਪੀਂਦਾ, ਤੇ ਫਿਰ ਉਹ ਜੰਮਦਾ ਬੱਚਾ ਬ੍ਰਹਮ ਗਿਆਨੀ ਕਿਉਂ ਨਹੀਂ ਹੋ ਗਿਆ? ਕੋਈ ਕਹਿੰਦਾ ਜੀ ਮੈਂ ਸ਼ਮਸ਼ਾਨਾਂ ਦੇ ਵਿੱਚ ਜਾ ਕੇ, ਮਰਘਟ ਜੇ ਦੇ ਵਿੱਚ ਜਾ ਕੇ ਵਸਦਾ। ਕਈ ਹੈਗੇ ਨਾਂਗੇ ਸਾਧੂ, ਕਈ ਸਾਧੂ ਨੇ। ਜੇ ਗੁਰੂ ਸਾਹਿਬ ਕਹਿੰਦੇ ਉਸ ਤਰ੍ਹਾਂ ਪਰਮ ਗਤੀ ਦੀ ਪ੍ਰਾਪਤੀ ਹੋਣੀ ਹੁੰਦੀ ਤੇ ਫਿਰ ਬਿੱਛੂ ਤੇ ਗਿੱਦੜ, ਜੰਗਲੀ ਜਾਨਵਰ ਉੱਥੇ ਕਿਹੋ ਜਿਹੇ, ਉਹ ਵੀ ਤੇ ਉੱਥੇ ਰਹਿੰਦੇ ਆ। ਜੇ ਜਲ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਹੁੰਦੀ ਤੇ ਫਿਰ ਡੱਡੂਆਂ ਦੀ, ਮੈਂਡਕਾਂ ਦੀ ਪਰਮ ਗਤੀ ਕਿਉਂ ਨਹੀਂ ਹੋ ਜਾਂਦੀ, ਜਿਹੜੇ ਸਦਾ ਹੀ ਪਾਣੀ ਦੇ ਵਿੱਚ ਰਹਿੰਦੇ ਆ? ਕਿ ਗੁਰੂ ਸਾਹਿਬ ਨੇ ਕਮਾਲ ਕੀਤੀ। ਜੇ ਭੁੱਖੇ ਰਹਿਣ ਨਾਲ ਹੁੰਦੀ ਤੇ ਕਈ ਤਰ੍ਹਾਂ ਦੇ ਪੋਲਰ ਬੀਅਰਸ ਹੈਗੇ ਸਾਡੇ ਕੋਲ, ਜਾਂ ਕਈ ਤਰ੍ਹਾਂ ਦੇ ਸੱਪ ਨੇ ਜਿਹੜੇ 6-6 ਮਹੀਨੇ ਭੁੱਖੇ ਹੀ ਰਹਿੰਦੇ ਨੇ, ਤੇ ਫਿਰ ਗੁਰੂ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੀ ਪਰਮ ਗਤੀ ਕਿਉਂ ਨਹੀਂ ਹੋ ਗਈ? ਇਹ ਧਰਮ ਨਹੀਂ ਹੈ, ਇਹ ਸਭ ਫੋਕਟ ਕਰਮ ਨੇ, ਸਭ ਫੋਕਟ ਨਿਸ਼ਚੈ ਕਰਮ, ਇਹ ਸਭ ਫੋਕਟ ਹੈ। ਸਾਹਿਬ ਜੀ ਕਹਿੰਦੇ ਸਰਬ ਧਰਮ ਹੈ, ਸਾਰੇ ਧਰਮਾਂ ਦੇ ਵਿੱਚ ਸ੍ਰੇਸ਼ਟ ਧਰਮ ਕਿਹੜਾ ਹੈ? ਸੁਣੋ ਜੀ, ਹਰ ਕੋ ਨਾਮ ਜਪ ਨਿਰਮਲ ਕਰਮ। ਇੱਕ ਤੇ ਕੋਈ ਇੱਕ ਰੂਪ ਦੇ ਵਿੱਚ ਪ੍ਰਭੂ ਦਾ ਨਾਮ ਜਪ ਲੇ, ਰੋਲਾ ਪਾ ਕੇ ਨਹੀਂ ਕਿ ਮੈਂ ਜਪ ਰਿਹਾ।
ਉਹ ਪ੍ਰਭੂ ਦਾ ਨਾਮ ਜਪ ਜਪ ਕੇ ਪ੍ਰਭੂ ਦੇ ਵਿੱਚ ਲੀਨ ਹੋ ਜਾਏ। ਹਰ ਕੋ ਨਾਮ ਜਪ, ਪਹਿਲਾ ਨਾਮ ਜਪਣ ਦੀ ਤਾਕੀਦ ਕੀਤੀ ਹੈ। ਇੱਥੇ ਗੱਲ ਮੁੱਕੀ ਨਹੀਂ ਹੈ। ਇਹ ਨਾ ਹੋਏ ਕਿ ਨਾਮ ਜਪ ਰਹੇ ਹੋ ਕਿਸੇ ਦੀ ਮਦਦ ਕਰਨ ਜੋਗੇ ਨਹੀਂ ਹੋ। ਨਾਮ ਜਪ ਰਹੇ ਹੋ ਤੇ ਡਕੈਤੀਆਂ ਕਰ ਰਹੇ ਹਾਂ ਅਸੀਂ, ਨਾਮ ਜਪ ਰਹੇ ਹਾਂ ਕੁਫਰ ਤੋਲ ਰਹੇ ਹਾਂ, ਧੋਖੇ ਦੇ ਰਹੇ ਹਾਂ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਲੋਕਾਂ ਦਾ ਹੱਕ ਮਾਰ ਰਹੇ ਹਾਂ, ਖੂਨ ਨਚੋੜ ਕੇ ਪੀ ਰਹੇ ਹਾਂ, ਗਰੀਬਾਂ ਉੱਪਰ ਜੇ ਖਿੰਝਾ ਦਾੜੀ ਧੱਕਾ ਕਰ ਰਹੇ ਹਾਂ। ਸਤਿਗੁਰੂ ਜੀ ਕਹਿੰਦੇ ਫਿਰ ਬੈਠੋ ਆਪਣੇ ਆਪਣੇ ਘਰਾਂ ਨੂੰ, ਫਿਰ ਤੁਹਾਨੂੰ ਨਾਮ ਜਪਣ ਦਾ ਵੀ ਕੋਈ ਲਾਹਾ ਨਹੀਂ। ਸਤਿਗੁਰੂ ਜੀ ਨੇ ਕਹਿ ਦਿੱਤਾ, ਉਹ ਹਰ ਕੇ ਸੰਤ ਨਾ ਆਖੀਆਂ ਬਾ ਨਾਰਸ ਕੇ ਠੱਗ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਹਿ ਦਿੱਤਾ, ਕਬੀਰ ਸਾਹਿਬ ਕਹਿ ਰਹੇ ਨੇ ਕਿ ਉਹ ਹਰ ਕੇ ਸੰਤ ਨਾ ਆਖੀਆਂ। ਫਿਰ ਕਾਦੇ ਪ੍ਰਭੂ ਦਾ ਨਾਮ ਹਰ ਹਰ ਭਾਵੇਂ ਕਰੀ ਜਾਓ, ਪਰ ਤੁਸੀਂ ਹਰ ਕੇ ਸੰਤ ਨਹੀਂ ਹੋ, ਬਾ ਨਾਰਸ ਕੇ ਠੱਗੋ। ਇਹਨੂੰ ਵੀ ਕਹਿ ਦਿੱਤਾ, ਰਾਮ ਰਾਮ ਕਰਤਾ ਸਭ ਜਗ ਫਿਰਹਿ, ਰਾਮ ਨਾ ਪਾਇਆ ਜਾਏ, ਅਗਮ ਅਗੋਚਰ ਅਤ ਵੱਡਾ ਅਤੁਲਨਾ ਤੁਲਿਆ ਜਾਏ। ਕਰੀ ਜਾਓ ਫਿਰ ਰਾਮ ਰਾਮ ਕਰੀ ਜਾਓ, ਫਿਰ ਰੱਬ ਰੱਬ ਕਰੀ ਜਾਓ। ਸਤਿਗੁਰੂ ਜੀ ਕਹਿੰਦੇ ਕੱਲਾ ਜਪਣਾ ਨਹੀਂ ਹੈ, ਜਪਣ ਦਾ ਜਿੰਨਾ ਅਸਰ ਜੇ ਕਬੂਲ ਨਹੀਂ ਕੀਤਾ, ਸਤਿਗੁਰੂ ਜੀ ਕਹਿੰਦੇ ਫਿਰ ਤੁਸੀਂ ਧਰਮੀ ਨਹੀਂ ਹੋ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਮੈਨੂੰ ਕੋਈ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਤੁਸੀਂ ਧਰਮ ਤੋਂ ਸੈਂਕੜੇ ਦੂਰ ਬੈਠੇ ਹੋ। ਇਹਨੂੰ ਸਤਿਗੁਰੂ ਜੀ ਨੇ ਸਮਝਾਇਆ। ਸਾਹਿਬ ਜੀ ਕਹਿੰਦੇ ਕਿ ਸਰਬ ਧਰਮ ਹੈ ਸ੍ਰੇਸ਼ਟ ਧਰਮ। ਸਾਰੇ ਧਰਮਾਂ ਦੇ ਵਿੱਚ ਜੇ ਕੁਝ ਸ੍ਰੇਸ਼ਟ ਹੈ, ਇੱਕ ਪ੍ਰਭੂ ਦਾ ਨਾਮ ਜਪ ਕੇ ਕਿ ਹਰ ਕੋ ਨਾਮ ਜਪ, ਦੂਸਰਾ ਨਿਰਮਲ ਕਰਮ, ਤੇਰੇ ਕਰਮ ਨਿਰਮਲ ਹੋ ਜਾਣ। ਕਰਮ ਦਾ ਮਤਲਬ ਤੇਰੇ ਕੀਤੇ ਜਾਣ ਵਾਲੀ ਤੇਰੀ ਰਫਤਾਰ, ਤੇਰੀ ਗੁਫਤਾਰ, ਤੇਰੀ ਬੋਲਬਾਣੀ, ਤੇਰੇ ਕਾਰਜ, ਤੇਰੀ ਜ਼ਿੰਦਗੀ ਦੇ ਵਿੱਚ ਵਿਚਰਨ ਦੇ ਢੰਗ, ਤੇਰੀ ਉਠਕ ਬੈਠਕ, ਤੇਰਾ ਉੱਠਣਾ ਬੈਠਣਾ, ਲੋਕਾਂ ਦੇ ਨਾਲ ਵਿਚਰਨਾ, ਕਿ ਤੇਰੀ ਜ਼ੁਬਾਨ ਦੇ ਵਿੱਚ ਤੇ ਮਨ, ਤੇਰੇ ਪੇਟ ਦੇ ਵਿੱਚ ਕੀ ਹੈ ਤੇ ਤੇਰੇ ਮੂੰਹ ਦੇ ਵਿੱਚ ਕੀ ਹੈ, ਭਾਵ ਤੂੰ ਦਿਲ ਦੇ ਅੰਦਰ ਕੀ ਰੱਖਿਆ ਤੇ ਮੂੰਹ ਤੇ ਉੱਤੇ ਕੀ ਰੱਖਿਆ ਹੈ, ਇਹ ਹੈ ਨਿਰਮਲ ਕਰਮੀ। ਜੇ ਇੱਕ ਨਹੀਂ ਹੈ ਤੇ ਫਰੀਦ ਸਾਹਿਬ ਕਹਿੰਦੇ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕਚਿਆ, ਤੂੰ ਧਰਮੀ ਨਹੀਂ ਹੈ। ਫਰੀਦ ਸਾਹਿਬ ਕਹਿੰਦੇ ਫਿਰ ਉਹ ਧਰਮੀ ਨਹੀਂ ਹੈ। ਇਹ ਗੁਰੂ ਅਰਜਨ ਸਾਹਿਬ ਜੀ ਸਿਰੇ ਦੀ ਗੱਲ ਕਰ ਦਿੰਦੇ। ਸਾਰੇ ਧਰਮਾਂ ਵਿੱਚੋਂ ਸ੍ਰੇਸ਼ਟ ਧਰਮ ਦੀ ਜੇ ਕੋਈ ਡੈਫੀਨੇਸ਼ਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਦੇਖਣੀ ਹੈ, ਇਹ ਸ੍ਰੇਸ਼ਟ ਡੈਫੀਨੇਸ਼ਨ ਹੈ ਜਿਹੜੇ ਗੁਰੂ ਅਰਜਨ ਸਾਹਿਬ ਜੀ ਦੇ ਰਹੇ ਹੈ ਕਿ ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿਨ ਭੇਤ ਜਾਤਾ। ਕੱਲਾ ਹੁਕਮ ਪੜੀ ਗਿਆ, ਜਪੀ ਗਿਆ, ਬੋਲੀ ਗਿਆ, ਪਰ ਹੁਕਮ ਨੂੰ ਪਛਾਣਿਆ ਨਹੀਂ, ਹੁਕਮ ਦੇ ਮਾਰਗ ਤੇ ਤੁਰਿਆ ਨਹੀਂ। ਜੇ ਪਛਾਣ ਲਿਆ ਤੇ ਸਤਿਗੁਰੂ ਜੀ ਕਹਿੰਦੇ ਤਿਨ ਸਾਹਿਬ ਕਾ ਪ੍ਰਭ ਭੇਤ ਜਾਤਾ, ਉਹਨਾਂ ਨੇ ਹੀ ਭੇਤ ਨੂੰ ਸਮਝਿਆ, ਉਹੀ ਉਹਦੇ ਵਿੱਚ ਲੀਨ ਹੋਇਆ। ਜੇ ਨਹੀਂ ਸਮਝਿਆ ਤੇ ਸਤਿਗੁਰੂ ਜੀ ਕਹਿੰਦੇ ਕੁਛ ਨਹੀਂ ਸਵਾਰਿਆ ਜੀ। ਸਗਲ ਕਿਰਿਆ ਮਹਿ ਉੱਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ। ਪਹਿਲਾਂ ਅਸੀਂ ਪੜ੍ਹ ਲਿਆ ਜੀ ਧਰਮ ਦੀ ਪਰਿਭਾਸ਼ਾ ਕੀ ਹੈ। ਹਰ ਕੋ ਨਾਮ ਜਪ, ਪ੍ਰਭੂ ਦਾ ਨਾਮ ਜਪਿਓ। ਤੇ ਫਿਰ ਨਾਮ ਜਪਣ ਦੇ ਵਿੱਚ ਸਤਿਗੁਰੂ ਜੀ ਨੇ ਜਿਹੜੇ ਗੁਣ ਦੱਸੇ ਨੇ, ਨਿਰਮਲ ਕਰਮ, ਸਤਿਗੁਰੂ ਜੀ ਨੇ ਨਿਰਮਲ ਕਰਮ ਦਿੱਤੇ ਨੇ ਤੇ ਆਪਣੇ ਕਰਮ ਵੀ ਨਿਰਮਲ ਕਰਨੇ। ਸਤਿਗੁਰੂ ਜੀ ਨੇ ਇਹ ਵੀ ਹੁਕਮ ਦਿੱਤਾ, ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮਹਿ ਉੱਤਮ ਕਿਰਿਆ। ਇਹ ਕਿਰਿਆਵਾਂ ਨੇ ਜੀ ਧਰਮ ਦੀਆਂ। ਕੋਈ ਕਹਿੰਦਾ ਜੀ ਮੈਂ ਪੂਜਾ ਕਰ ਲਈ, ਮੈਂ ਆਰਤੀ ਕਰਦਾ, ਮੈਂ ਵਰਤ ਰੱਖਦਾ, ਮੈਂ ਨੰਗੇ ਪੈਰ ਤੁਰ ਕੇ ਜਾਂਦਾ, ਮੈਂ ਚਲੀਆ ਕੱਟ ਲੈਂਦਾ। ਇਹ ਕਿਰਿਆਵਾਂ ਨੇ ਧਰਮ ਦੀਆਂ ਆਪਣੀਆਂ ਆਪਣੀਆਂ ਵਿਚਾਰੀਆਂ ਹੋਈਆਂ। ਮੈਂ 5 ਵਕਤ ਦਾ ਨਿਮਾਜ਼ੀ ਹਾਂ, ਮੈਂ ਨਿਮਾਜ਼ ਪੜ੍ਹਦਾ ਹਾਂ, ਮੈਂ ਬਾਣੀ ਵੀ ਬਾਣੀ ਦੀ ਵੀ ਹੁਣ ਗੱਲ ਕਰ ਲਈਏ ਇਹਦੇ ਵਿੱਚ ਕਿ ਵੀ ਇੰਨੇ ਪਾਠ ਪਰ ਇੰਨੇ ਕੀਤੇ ਕਿਣਕਾ ਏਕ ਵੀ ਜੇ ਖਿਰਦੇ 'ਚ ਨਹੀਂ ਵਸਾਇਆ, ਇੰਨੇ ਕਰਕੇ ਵੀ ਜੇ ਇੰਨੇ ਕਰਕੇ ਵੀ ਕਬੂਲ ਬੋਲ ਰਿਹਾ ਬੰਦਾ, ਆਗੀ ਮੂੰਹ 'ਚੋਂ ਸੁੱਟ ਰਿਹਾ, ਫਿਰ ਸਤਿਗੁਰੂ ਜੀ ਕਹਿੰਦੇ ਫਿਰ ਇਹ ਕਿਰਿਆਵਾਂ ਇਹ ਪ੍ਰਵਾਨ ਨਹੀਂ ਹੈ। ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾਰੀਆਂ ਕਿਰਿਆਵਾਂ ਵਿੱਚੋਂ ਉੱਤਮ ਕਿਹੜੀ ਕਿਰਿਆ ਹੈ? ਸਾਧ ਸੰਗ ਦੁਰਮਤ ਮਲ ਹਿਰਿਆ, ਕਿ ਸੰਗਤ ਵਿੱਚ ਆ ਕੇ ਮੈਲੀ ਮੱਤ ਨੂੰ ਬੰਦਾ ਸਾਫ਼ ਕਰ ਦੇ। ਸਮਝੇ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਕਿ ਤੂੰ ਸਮਝ ਕਿ ਭਾਈ ਇਸ ਧਰਤੀ ਦੇ ਆ ਕੇ ਤੂੰ ਕਿਹੜਾ ਚੰਗਾ ਕਰਮ ਕਮਾਇਆ। ਕਿਉਂ ਸਤਿਗੁਰੂ ਜੀ ਦੀ ਬਾਣੀ ਆਸਾ ਕੀ ਵਾਰ ਦੇ ਵਿੱਚ ਅਸੀਂ ਪੜ੍ਹਦੇ ਹੀ ਹਾਂ ਕਿ ਤੂੰ ਇੱਥੇ ਆ ਕੇ ਕਿਹੜਾ ਚੰਗਾ ਕਰਮ ਕਮਾ ਰਿਹਾ। ਜੇ ਨਹੀਂ ਕਮਾਇਆ ਤੇ ਮਹਾਰਾਜ ਜੀ ਨੇ ਕਹਿ ਦਿੱਤਾ ਵਿੱਚ ਦੁਨੀਆ ਕਾਹੇ ਆਇਆ, ਫਿਰ ਇੱਥੇ ਕਰਨ ਕੀ ਆਇਆ ਸੀ। ਜੇ ਤੂੰ ਉਸ ਪਰਮਾਤਮਾ ਦੀ ਰਾਮ ਦੀ ਅੰਸ਼ ਆਇਆ ਤੇ ਜੇ ਤੇਰੇ ਅੰਦਰ ਰਾਮ ਦੀ ਅੰਸ਼ ਵਾਲੀ ਕੋਈ ਬਾਤ ਹੀ ਨਹੀਂ ਹੈ, ਫਿਰ ਸਤਿਗੁਰੂ ਜੀ ਨੇ ਕਹਿ ਦਿੱਤਾ ਤ੍ਰਿਗ ਇਵੇਹਾ ਜੀਵਿਆ ਜਿਤ ਖਾਏ ਵਧਾਇਆ। ਪੇਟ ਕੱਲਾ ਖਾਣ ਵਾਸਤੇ ਆਇਆ, ਫਿਰ ਤੇਰਾ ਜਿਉਣਾ ਤ੍ਰਿਗ ਹੈ, ਫਿਰ ਤ੍ਰਿਗ ਹੈ। ਫਿਰ ਇਹ ਜੀਵਨ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਕੋਈ ਭਲਾ ਨਹੀਂ ਕੀਤਾ।
ਅੱਗੇ ਜੀ ਕਹਿੰਦੇ ਕਿ ਜਿਹੜੀਆਂ ਸਾਰੀਆਂ ਧਰਮ ਕਿਰਿਆ ਦੇ ਵਿੱਚੋਂ ਉੱਤਮ ਕਿਰਿਆ ਹੈ, ਸਾਧ ਸੰਗ ਦੁਰਮਤ ਮਲ ਹਿਰਿਆ, ਆਪਣੀ ਮੈਲ ਨੂੰ ਜਿਹੜਾ ਸਾਫ਼ ਕਰ ਦੇ, ਦੁਰਮਤ ਨੂੰ ਖਤਮ ਕਰ ਦੇ, ਉਹੀ ਉੱਤਮ ਕਿਰਿਆ ਮੰਨੀ ਗਈ ਹੈ। ਭਾਵੇਂ ਤੂੰ ਮੱਥੇ 100 ਵਾਰੀ ਰਗੜੀ ਜਾ, ਅੰਦਰ ਮੈਲ ਹੈ, ਸਤਿਗੁਰੂ ਜੀ ਕਹਿੰਦੇ ਕੋਈ ਭਲਾ ਨਹੀਂ। ਭਾਵੇਂ ਤੂੰ ਦਿਨ ਰਾਤ ਤੀਰਥਾਂ ਦਾ ਇਸ਼ਨਾਨ ਕਰ ਲੈ, ਅੰਦਰ ਮੈਲ ਹੈ, ਫਿਰ ਕੋਈ ਫਾਇਦਾ ਨਹੀਂ। ਅੰਤਰ ਮੈਲ ਜੇ ਤੀਰਥ ਨਾ ਵੈ, ਤਿਸ ਬੈਕੁੰਠ ਨਾ ਜਾਣਾ, ਲੋਕ ਪਤੀਣੇ ਕਛੂ ਨਾ ਹੋਈ, ਨਾ ਹੀ ਰਾਮ ਇਆਣਾ। ਰਾਮ ਭਾਵ ਪ੍ਰਭੂ ਬੇਵਕੂਫ ਨਹੀਂ ਹੈ, ਇਆਣਾ ਨਹੀਂ ਹੈ ਕਿ ਉਹ ਤੇਰੇ ਬਾਹਰ ਦੇ ਇਸ਼ਨਾਨਾਂ ਨੂੰ ਵੇਖ ਕੇ ਤੇਰੇ ਤੇ ਪ੍ਰਤੀ ਪਸੀਜ ਜਾਏਗਾ। ਤਾਂ ਪਸੀਜੇਗਾ ਜਦ ਤੂੰ ਅੰਦਰ ਦੀ ਮੈਲ ਧੋਏਗਾ ਜੀ। ਸਗਲ ਉਦਮ ਮਹਿ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਸਾਰੇ ਉਦਮ ਕਰਦੇ ਆ ਜੀ ਪ੍ਰਮਾਤਮਾ ਦੀ ਬੰਦਗੀ ਦਾ, ਕਈ ਕਈ ਰੂਪ ਦੇ ਵਿੱਚ ਉਦਮ ਹੈ। ਇਹ ਵੀ ਉਦਮ ਨੇ, ਸਾਰੇ ਆ ਗਏ ਜੀ ਪਿੱਛੇ। ਵੇਦ ਸਿਮਰਤ ਸ਼ਾਸਤਰ, ਇਹ ਜਿੰਨੇ ਵੀ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ, ਜਿੰਨਾ ਮਰਜ਼ੀ ਕਰ ਲਓ, ਜੇ ਨਾਮ ਦੀ ਵਿਚਾਰ ਨਹੀਂ ਕੀਤੀ, ਨਾਮ ਦਾ ਉਦਮ ਨਹੀਂ ਕੀਤਾ, ਇਸ ਗੁਣ ਨੂੰ ਅੰਦਰ ਧਾਰੇ ਨਹੀਂ, ਤੇ ਸਤਿਗੁਰੂ ਜੀ ਕਹਿੰਦੇ ਸਾਰੇ ਉਦਮ ਨਿਹਫਲ ਨੇ। ਇੱਕੋ ਇੱਕ ਉਦਮ, ਜੇ ਇੱਕ ਬੰਦਾ ਸਾਰੀ ਜ਼ਿੰਦਗੀ ABCD ਸਿੱਖਦਾ ਰਹੇ ਤੇ ਉਹ ਕਹੇ ਜੀ ਮੈਂ PhD ਕਰਨੀ ਹੈ, PhD ਤੱਕ ABCD ਪੜ੍ਹਦਾ ਰਹੇ, ਕਿੱਥੋਂ? ਉਹ ਵਧਿਆ ਹੀ ਨਹੀਂ। ਇੱਕੋ ਇੱਕ ਉਦਮ ਕਰੀ ਜਾ ਰਿਹਾ, ਇੱਕੋ ਇੱਕ ਕਿਰਿਆ ਕਰੀ ਜਾ ਰਿਹਾ, ਸਾਰੀ ਜ਼ਿੰਦਗੀ ਅੱਗੇ ਵੱਧ ਹੀ ਨਹੀਂ ਰਿਹਾ। ਗੁਟਕਾ ਚੱਕ ਕੇ ਬਾਣੀ ਪੜ੍ਹਦੀ, ਅੱਗੇ ਵਧਿਆ ਹੀ ਨਹੀਂ, ਅੱਗੇ ਸਾਡੀ ਜ਼ਿੰਦਗੀ 'ਚ ਤਬਦੀਲੀ ਆਈ ਨਹੀਂ। ਸਹਿਜ ਸੰਤੋਖ ਸ਼ਿੰਗਾਰਿਆ ਮਿੱਠਾ ਬੋਲਣੀ, ਕਿੰਨਾ ਕੁਛ ਸਤਿਗੁਰੂ ਜੀ ਨੇ ਤੇ ਇਹ ਗੁਣਾਂ ਦਾ ਖਜ਼ਾਨਾ ਭਰ ਦਿੱਤਾ। ਸਤਿਗੁਰੂ ਜੀ ਨੇ ਕਿੰਨਾ ਕੁਛ ਦੇ ਦਿੱਤਾ ਇਸ ਬਾਣੀ ਦੇ ਅੰਦਰ, ਕੀ ਕੁਛ ਤਬਦੀਲੀ ਆਏਗੀ। ਜੇ ਉਹ ਨਹੀਂ ਕੀਤਾ, ਸਤਿਗੁਰੂ ਜੀ ਕਹਿੰਦੇ ਫਿਰ ਕੋਈ ਉਦਮ ਦਾ ਫਾਇਦਾ ਨਹੀਂ। ਇੱਥੇ ਵੀ ਦੇਖ ਲਓ, ਪਹਿਲੇ ਉਦਮ ਦੇ ਮਾਂ ਨੂੰ ਕੋਈ ਮਾਤਰਾ ਨਹੀਂ ਹੈ, ਨਾ ਔਂਕੜ ਹੈ ਨਾ ਸਿਹਾਰੀ ਹੈ। ਦੂਸਰੇ ਉਦਮ ਨੂੰ ਔਂਕੜ ਹੈ। ਪਹਿਲਾ ਉਦਮ ਹੈ ਬਹੁਵਚਨ, ਦੂਸਰਾ ਉਦਮ ਜਿਹਦੇ ਉਦਮ ਦੇ ਮਾਂ ਦੇ ਥੱਲੇ ਔਂਕੜ ਹੈ, ਉਹ ਹੈ ਜੀ ਇੱਕ ਵਚਨ। ਸਾਰੇ ਉਦਮਾਂ ਵਿੱਚੋਂ ਇੱਕੋ ਹੀ ਉਦਮ ਭਲਾ ਹੈ, ਹਰ ਕਾ ਨਾਮ ਜਪੋ ਜੀ ਸਦਾ। ਜੀ ਦੇ ਵਿੱਚ ਜੇ ਹਿਰਦੇ ਦੇ ਅੰਦਰ ਧਿਆ ਲਿਆ ਨਾ, ਸਤਿਗੁਰੂ ਜੀ ਕਹਿੰਦੇ ਫਿਰ ਪ੍ਰਵਾਨ ਹੈ, ਕਿਉਂਕਿ ਹਜੇ ਜ਼ੁਬਾਨ ਤੋਂ ਅੰਦਰ ਨਹੀਂ ਗਿਆ, ਹਜੇ ਇਹ ਬਾਣੀ ਜ਼ੁਬਾਨ ਤੱਕ ਹੀ ਟਿਕੀ ਹੋਈ ਹੈ। ਪਰ ਜਿਸ ਦਿਨ ਇਹ ਜੀ ਦੇ ਅੰਦਰ ਇਹਦਾ ਤੀਰ ਲੱਗ ਜਾਏਗਾ, ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ, ਕਹਿੰਦੇ ਫਿਰ ਸਤਿਗੁਰੂ ਜੀ ਕਹਿੰਦੇ ਫਿਰ ਇਹ ਤੇਰਾ ਕੀਤਾ ਹੋਇਆ ਉਦਮ ਬਾਣੀ ਪੜ੍ਹਨ ਦਾ ਵੀ ਭਲਾ ਹੋਏਗਾ, ਜਦ ਇਹ ਬਾਣੀ ਹਿਰਦੇ ਵਿੱਚ ਵਸ ਜਾਏਗੀ ਜੀ। ਸਗਲ ਬਾਣੀ ਮਹਿ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਨੀ। ਸਾਰੀਆਂ ਬਾਣੀਆਂ ਵਿੱਚੋਂ ਜਿਹੜੀ ਉੱਤਮ ਬਾਣੀ ਹੈ ਉਹ ਇਹੀ ਅੰਮ੍ਰਿਤ ਬਾਣੀ ਹੈ, ਕਿਉਂਕਿ ਗੁਰੂ ਪਾਤਸ਼ਾਹ ਜੀ ਨੇ, ਮੈਂ ਨਹੀਂ ਕਹਿ ਰਿਹਾ ਭਾਈ, ਮਹਾਰਾਜ ਜੀ ਦਾ ਬਚਨ ਹੈ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮਗਤ ਮੇਰੀ। ਇਹ ਬਾਣੀ ਜਿਹੜੀ ਮੈਂ ਸੁਣਦਾ, ਇਹ ਅੰਮ੍ਰਿਤ ਬਾਣੀ ਹੈ, ਇਹ ਤੁਰ ਕੀ ਬਾਣੀ ਹੈ। ਇਸ ਬਾਣੀ ਬਾਬਤ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਹੈ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਇਹ ਮੇਰੀ ਨਹੀਂ ਹੈ, ਖਸਮ ਦੀ ਬਾਣੀ ਹੈ। ਇਹਦੇ ਬਾਬਤ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਕਹਿੰਦੇ, ਅੰਮ੍ਰਿਤ ਬਾਣੀ ਤਤ ਬਖਾਣੀ, ਗਿਆਨ ਧਿਆਨ ਵਿੱਚ ਆਈ। ਇਹ ਬਾਣੀ ਸਭ ਤੋਂ ਕੀਮਤੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਕੱਲ੍ਹ ਅਸੀਂ ਪ੍ਰਕਾਸ਼ ਦਿਹਾੜਾ ਬਣਾਇਆ ਹੈ। ਤੁਸੀਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਸਾਰੇ 17 ਰਾਗਾਂ ਦੇ ਵਿੱਚ ਸ਼ਬਦ ਪੜ੍ਹੋ। ਸਭ ਤੋਂ ਜ਼ਿਆਦਾ ਗੁਰੂ ਅਮਰਦਾਸ ਜੀ ਦੀ ਬਾਣੀ ਹੈ ਜਿਹੜੀ ਅੰਮ੍ਰਿਤ ਬਾਣੀ ਜਾਂ ਗੁਰਬਾਣੀ ਜਾਂ ਗੁਰ ਕੀ ਬਾਣੀ ਦੇ ਉੱਤੇ ਐਮਫੈਸਿਸ ਕਰਦੇ ਆ। ਤੁਸੀਂ ਜਿੰਨੇ ਸ਼ਬਦ ਪੜ੍ਹੋਗੇ, ਗੁਰੂ ਅਰਜਨ ਸਾਹਿਬ ਦੇ ਜਿਹੜੇ ਰਾਗ 'ਚ ਸ਼ਬਦ ਪੜ੍ਹੋਗੇ, ਹਰ ਇੱਕ ਰਾਗ ਜਾਂ ਹਰ ਇੱਕ ਪਦੇ ਦੇ ਵਿੱਚ ਸਤਿਗੁਰ ਕਿਸੇ ਨਾ ਕਿਸੇ ਸ਼ਬਦ ਦੇ ਵਿੱਚ ਬਾਰੰਬਾਰ ਸਤਿਗੁਰ ਇਸ ਬਾਣੀ ਦੇ ਉੱਤੇ ਐਮਫੈਸਿਸ ਕਰਾਂਗੇ। ਇਹ ਵੀ ਪਾਤਸ਼ਾਹ ਜੀ ਦਾ ਬਚਨ ਹੈ ਕਿ ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਾਣੀ ਦੀ ਬੜੀ ਉਪਮਾ ਕੀਤੀ ਹੈ। ਧੰਨ ਗੁਰੂ ਰਾਮਦਾਸ ਜੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਭਾਈ ਇਹ ਬਾਣੀ, ਇਹਨੂੰ ਹੀ ਸੱਚ ਜਾਣਿਓ, ਇਸ ਤੋਂ ਬਿਨਾਂ ਕਿਸੇ ਹੋਰ ਨੂੰ ਸੱਚ ਨਾ ਜਾਣਿਓ। ਇਹਨੂੰ ਸਤਿਗੁਰੂ ਜੀ ਨੇ ਕਿਹਾ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਇਸ ਤੋਂ ਬਿਨਾਂ ਕੋਈ ਸਿਰਮੌਰ ਬਾਣੀ ਨਹੀਂ ਹੈ। ਗੁਰੂ ਅਰਜਨ ਸਾਹਿਬ ਜੀ ਇੱਥੇ ਕਹਿ ਰਹੇ, ਦੇਖੋ 4 ਗੁਰੂ ਸਾਹਿਬਾਨਾਂ ਦਾ ਪੜ੍ਹ ਆਏ ਆ, ਬਹੁਤ ਕੁਛ ਦੱਸਿਆ, ਤੇ ਗੁਰੂ ਅਰਜਨ ਸਾਹਿਬ ਜੀ ਕਹਿ ਰਿਹਾ ਹੈ ਕਿ ਸਗਲ ਬਾਣੀ ਮਹਿ ਅੰਮ੍ਰਿਤ ਬਾਣੀ। ਸਾਰੀਆਂ ਬਾਣੀਆਂ ਵਿੱਚੋਂ, ਲਿਖਤਾਂ ਵਿੱਚੋਂ ਇੱਕ ਅੰਮ੍ਰਿਤ ਬਾਣੀ ਗੁਰੂ ਅਮਰਦਾਸ ਜੀ ਨੂੰ ਤਾਈਓਂ ਕਹਿਣਾ ਪਿਆ ਸੀ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ,
गावो सच्ची बाणी। बाणी तां गावो गुरु केरी बाणियां सिर बाणी, जिनको नदर करम होवै हिरदै तिना समाणी। ये जिहदे उत्ते करम होएगा फिर ये बाणी जी च भी वस जाएगी। दूसरा गल कीता, सतगुरु बिना होर कच्ची है बाणी, बाणी तां कच्ची सतगुर बाजों होर कच्ची बाणी। कहंदे कच्चे सुनदे कच्चे कच्ची आँख विखाणी। इस करके सतगुरु जी ने कहा जिहड़ा कच्ची पढ़ेगा वो कच्चा ही हो जाएगा, जिहड़ी पक्की जिहड़ी ये बाणी धुरकी बाणी पढ़ेगा। गुरु अर्जुन साहब जी का बचन, धुरकी बाणी आई तिन सगली चिंत मिटाई। जिहड़ा इस बाणी नूं पढ़ेगा सतगुरु जी कहंदे उहदा भला होएगा। सगल बाणी मैं अमृत बाणी, हर को जस सुन रसन बखानी। कि ये नहीं कि बस सुन लिया तो कहानी खत्म हो गई। सतगुरु जी कहंदे इस बाणी नूं कन्नां तो सुन ते सुन के फिर इनू रसना तो बोल भी। निता प्रति बोल दिन राती आराधो प्यारो, निमख ना कीजै ढीला। इस बाणी नूं गुरमुख बोले हैं सो थाएं पाई, मनमुख किछ थाएं ना पाई। गुरु दे सन्मुख गुरु दा हुक्म यह है कि इस बाणी नूं बोल, जे बोलेगा गुरमुख बोले है सो थाएं पाई। क्योंकि गुरमुख जिहड़ा बोलदा है वो गुर की बाणी बोलदा है, वो गुरु दा बचन बोलदा है। मनमुख जो बोलदा है वो अरल बरल बोलदा है। हर को जस सुन रसन बखानी, सुन भी ते रसना तो बोल भी। सगल थान ते ओह उत्तम थान, नानक जिह घट बसै हर नाम। ओ थान, ये थान कोई घर कोई चौबारा कोई बिल्डिंग मटीरियल या कोई मिट्टी गारे का बनया होया थां नहीं है। ये उसकी मुताजगी तो उत्ते ये थां है वो हिरदा। गुरु अर्जुन साहब जी कहते वो हिरदा सब तो पवित्र है जिस हिरदे दे विच प्रभु का नाम वस गया। गुरमुख ढूंढ ढूंढेंदिया हर सज्जन लद्धा राम राजे, कंचन काया कोटगढ़ विच हर हर सिद्धा। इस काया दे अंदर जब प्रभु प्रगट हो गया सगल थान ते ओह उत्तम थान, फिर वो शरीर वो हिरदा उहदा जुबान उहदा बोलना उहदी प्रेजेंस वो सब तो उत्तम है पवित्र है। नानक जह घट नहीं पढ़ियो जी प्लीज़, असीं इनू जह घट ही पढ़ते आ रहे हैं। इनू जेह जेह जह तां हुंदा जे हाहे नू सिहारी हुंदी। इत्थे ध्यान नाल गुटका साहब ते देखो, तुसीं भावें मोबाइल फोन 'च देख रहे हो, जज्जे नू सिहारी है ते जज्जे नू सिहारी है ते फिर इहदा उचारण जेह बनेगा। जे हाहे नू हुंदी फिर जह बनदा। नानक जेह घट वसै हर नाम, भाव जिस घट दे अंदर प्रभु दा नाम वसिया वो थान उत्तम है जी सलोक। निर्गुण यार अन्या सो प्रभ सदा संभाल, जिन किया तिस चीत रख नानक निभही नाल। अज चौथे अष्टपदी की आरंभता है ते अष्टपदी की आरंभता तो पहला सलोक है। जे दो तुकां दे विच गुरु अर्जुन साहब जी नूं पुछिए पिछली 3 अष्टपदियां दे विच असीं ये पढ़ के आए हां कि नाम की महिमा की है, नाम है कि नाम नूं असीं पुछिया गुरु अर्जुन साहब जी नूं कि दसो कि ये नाम किस किस बराबरी दे विच है। कि सिमरत शास्त्र वेद पुराण के वर्त नेम होम बहु भांत तीरथ स्नान के शरीर कटाए हो मैं कल राती के इस रूप दे विच है, इवें है, ये भी नहीं है। गुरु अर्जुन साहब कहते ये भी नहीं है। ਉਹੀ है नानक जी घट वसै हर नाम, जिहदे हिरदे विच वस गया सतगुरु जी कहते ਉਹੀ पवित्र है। हुण जिहड़ा इत्थों सबजैक्ट चेंज हो गया, पिछली 3 अष्टपदियां दे विच नाम की है असीं वो पढ़िया है कि नाम की महिमा पढ़ी है कि किस रूप दे विच है। महाराज जी ने इस बाणी की भी महिमा दस दी कि ये बाणी जिहड़ी है सगल बाणी मैं उत्तम बाणी दस दिता। इनू असीं पढ़िया अमृत बाणी हर हर तेरी सुन सुन होवै परमगत मेरी, जलन बुझी शीतल होए मनुआ सतगुर का दर्शन पाए जियो। कि ये बाणी पढ़ के सुन के मन की जलन बुझ जाती है। हुण जिहड़ा इत्थे चौथी अष्टपदी तो इस सलोक तो जिहड़ा विशा चेंज हो रहा है कि हुण नाम की महिमा तो पता लग गई है, पर हुण इस नाम जपण लगियां ਜਿਹੜੇ विघन पैंदे आ मन नूं कि नाम जपण लगियां किस किस तरह के विघन मन नूं क्यों नहीं पता लगता कि ये नाम इन्ना कीमती है। मन क्यों नहीं ये प्रभु का शुकराना करता ਜਿਹੜੀਆਂ मनुख नूं शरीर रूपी कपड़ा मिलिया, खाण नूं भोजन मिलिया, माता के गर्भ के विच प्रभु ने इस मनुख नूं रख लिता जिउंदे जी। सतगुरु जी कहंदे कदी तू सोच के शुकराना कर कि तैनू की दा की बनाया उस रब ने। सो पर
जे वो शुकराना नहीं करेगा, ਇਹਦਾ मतलब ਜਿਹੜਾ ਉਹ ਅਕਿਰਤ ਕਣ ਵਾਲਾ ਭਾਵ ਹੈ, ਨਾਮ ਦੀ ਮਹਿਮਾ ਦੇ ਵਿੱਚ, ਨਾਮ ਦੀ ਬੰਦਗੀ, ਨਾਮ ਜਪਣ ਦੇ ਵਿੱਚ ਮਨੁੱਖ ਨੂੰ ਕੀ ਰੁਕਾਵਟਾਂ ਆ ਰਹੀਆਂ ਨੇ, ਹੁਣ ਇਸ ਅਸ਼ਟਪਦੀ ਤੋਂ ਉਹ ਸ਼ੁਰੂ ਹੈ। ਇਹ ਹੁੰਦਾ ਹੈ ਕਿ ਜਦ ਅਸੀਂ ਵਿਚਾਰ ਕਰਦੇ ਹਾਂ ਨਾ, ਜਦ ਅਸੀਂ ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਕਥ ਨੂੰ ਕਥਦੇ ਹਾਂ, ਫਿਰ ਸਾਨੂੰ ਬੜੇ ਕੁਛ ਮਾਣਕ ਰਤਨ ਇਹਦੇ ਵਿੱਚੋਂ ਲੱਭਦੇ ਆ। ਸਲੋਕ ਨਿਰਗੁਣ ਯਾਰ ਇਆਨਿਆ, ਨਿਰਗੁਣ ਯਾਰ ਜਿਹਦੇ ਵਿੱਚ ਕੋਈ ਗੁਣ ਨਾ ਹੋਣ। ਗੁਰੂ ਅਰਜਨ ਸਾਹਿਬ ਜੀ ਸਾਨੂੰ ਕਹਿੰਦੇ, ਹੇ ਭਲੇ ਨਿਰਗੁਣ ਯਾਰ, ਨਿਰਗੁਣ ਭਾਵ ਇੱਕ ਵੀ ਗੁਣ ਨਹੀਂ ਹੋਏ ਜਿਹਦੇ ਵਿੱਚ, ਉਹਨੂੰ ਕਿਹਾ, ਕਿਉਂਕਿ ਨਿਰਗੁਣ ਦੋ ਰੂਪ ਦੇ ਵਿੱਚ ਆਇਆ, ਇਹਨੂੰ ਵੀ ਸਮਝਿਓ। ਇੱਕ ਨਿਰਗੁਣ ਪ੍ਰਭੂ ਵਾਸਤੇ ਵੀ ਲਫ਼ਜ਼ ਆਇਆ, ਉੱਥੇ ਆਇਆ ਸਰਗੁਣ, ਨਿਰਗੁਣ, ਨਿਰੰਕਾਰ, ਸੁਨ ਸਮਾਧੀ ਆਪ। ਉਹ ਜਿਹੜਾ ਨਿਰਗੁਣ ਆਇਆ ਜਿਹਦੇ ਕੋਈ ਗੁਣ ਨਹੀਂ, ਭਾਵ ਜਿਹੜੇ ਤ੍ਰੈ ਗੁਣਾਂ ਤੋਂ ਉੱਤੇ ਹੈ, ਉਹਨੂੰ ਨਿਰਗੁਣ ਆਖਿਆ। ਇੱਥੇ ਜਿਹੜਾ ਨਿਰਗੁਣੀਆਰ ਨਿਰਗੁਣੀਆਰ ਆਇਆ, ਨਿਰਗੁਣੀਆਰ, ਇਹਦਾ ਮਤਲਬ ਹੈ ਜਿਹਦੇ ਅੰਦਰ ਇੱਕ ਵੀ ਗੁਣ ਨਹੀਂ ਹੈ, ਜਿਹੜਾ ਇਆਨਾ ਹੈ, ਜਿਹੜਾ ਮੂਰਖ ਹੈ। ਸਿਆਣੇ ਦਾ ਪੁੱਠਾ ਇਆਣਾ ਹੁੰਦਾ, ਇਹ ਮਤਲਬ ਸਾਨੂੰ ਕਹਿ ਰਿਹਾ। ਨਿਰਗੁਣ ਆਰ ਇਆਨਿਆ ਸੋ ਪ੍ਰਭ ਸਦਾ ਸੰਭਾਲ। ਸੰਭਾਲ ਇਹ ਲਫ਼ਜ਼ ਹੈ, ਸੰਭਾਲ ਨਹੀਂ ਪੜ੍ਹਨਾ, ਸੰਭਾਲ ਨਹੀਂ ਪੜ੍ਹਨਾ, ਸੰਭਾਲ, ਕਿ ਉਸ ਪ੍ਰਭੂ ਨੂੰ ਚੇਤੇ ਰੱਖ। हे ਨਿਰਗੁਣ ਮਨੁੱਖ, हे ਇਆਣੇ ਮਨੁੱਖ, ਉਸ ਪ੍ਰਭੂ ਨੂੰ ਚੇਤੇ ਰੱਖ। ਕਿਉਂ ਚੇਤੇ ਰੱਖ? ਜਿਨ ਕੀਆ ਤਿਸ ਚੀਤ ਰੱਖ। ਜੇ ਉਹ ਤੈਨੂੰ ਨਾ ਬਣਾਉਂਦਾ ਫਿਰ ਤੂੰ ਕਿੱਥੋਂ ਹੋਣਾ ਸੀ? ਅੱਜ ਤੇ ਮਨੁੱਖ ਮੈਂ ਕਰੀ ਫਿਰਦਾ ਹੈ, ਤੇ ਸਤਿਗੁਰ ਕਹਿੰਦੇ ਜੇ ਉਹ ਬਣਾਉਣ ਵਾਲਾ ਤੈਨੂੰ ਬਣਾਉਂਦਾ ਨਹੀਂ, ਫਿਰ ਕਿੱਥੇ ਮੈਂ ਹੋਣੀ ਸੀ ਤੇਰੀ। ਜਿਨ ਕੀਆ ਤਿਸ ਚੀਤ ਰੱਖ, ਜਿਨੇ ਤੈਨੂੰ ਬਣਾਇਆ ਹੈ, ਜਿਨੇ ਸਾਰੇ ਸੁੱਖ ਤੇਰੇ ਲਈ ਵਰਤਾਏ ਨੇ, ਉਹਨੂੰ ਚਿੱਤ ਵਿੱਚ ਰੱਖ, ਕਿਉਂਕਿ ਹੋਰ ਕੁਛ ਨਿਭਣ ਵਾਲਾ ਨਹੀਂ ਹੈ। ਉਹਦੇ ਨਾਲ, ਤੇਰੇ ਨਾਲ ਕੁਛ ਵੀ ਨਿਭਣ ਵਾਲਾ ਨਹੀਂ ਹੈ, ਨਾ ਤੇਰੇ ਪਦਾਰਥ, ਨਾ ਮਾਤ ਪਿਤਾ ਸੁਤਮੀਤ, ਭਾਈ ਭੈਣ ਬੰਨਤਾ, ਕੁਛ ਵੀ ਨਾਲ ਨਿਭਣ ਵਾਲਾ ਨਹੀਂ। ਕੋਈ ਪਦਾਰਥ ਨਾਲ ਜਾਣ ਵਾਲਾ ਨਹੀਂ ਹੈ, ਇੱਕੋ ਇੱਕ ਚੀਜ਼ ਨਾਲ ਜਾਣ ਵਾਲੀ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹੈ, ਹਰ ਜਸ ਰੇ ਮਨਾ ਗਾਇ ਲੈ, ਜੋ ਸੰਗੀ ਹੈ ਤੇਰੋ, ਅਵਸਰ ਬੀਤਿਓ ਜਾਤ ਹੈ, ਕਹਿਓ ਮੰਨ ਲੈ ਮੇਰੋ। ਇਹ ਉਸ ਪ੍ਰਭੂ ਦਾ ਚੇਤਾ ਕਰ ਜਿਹੜਾ ਨਾਲ ਨਾਮ ਜਾਣ ਵਾਲਾ, ਜਿਹੜਾ ਮਰਨ ਤੋਂ ਬਾਅਦ ਵੀ ਨਾਲ ਹੈ। ਜਿਨ ਕੀਆ ਤਿਸ ਚੀਤ ਰੱਖ, ਨਾਨਕ ਨਿਭੀ ਨਾਲ। ਜੇ ਉਹਨੂੰ ਚੇਤੇ ਰੱਖੇਗਾ ਫਿਰ ਉਹਦਾ ਚੇਤਾ ਨਾਲ ਨਿਭੇਗਾ। ਜੀ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਣੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਉਸ ਰਮਈਆ ਲਫ਼ਜ਼ ਬਾਣੀ ਦੇ ਵਿੱਚ ਪ੍ਰਮਾਤਮਾ ਲਈ ਆਇਆ। ਰਮਈਆ ਕਿ ਸੋਹਣਾ ਪ੍ਰਭੂ। ਹੁਣ ਅਸੀਂ ਕਬੀਰ ਸਾਹਿਬ ਦਾ ਇੱਕ ਸ਼ਬਦ ਪੜ੍ਹਦੇ ਹਾਂ, ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰੱਖ ਸਤੇਤੇ। ਰਾਮਈਆ ਹੋਂ ਬਾਰਿਕ ਤੇਰਾ, ਕਾਹੇ ਨਾ ਖੰਡਸ ਅਵਗੁਣ ਮੇਰਾ। ਜਿਸ ਤਰ੍ਹਾਂ ਇੱਕ ਮਾਂ ਆਪਣੇ ਪੁੱਤਰ ਨੂੰ, ਆਪਣੀ ਔਲਾਦ ਨੂੰ ਬਹੁਤ ਮਾਣ ਕਰਦੀ ਹੈ, ਪਿਆਰ ਨਾਲ ਪਾਲਦੀ ਹੈ, ਪਰ ਜੇ ਉਹਦਾ ਪੁੱਤਰ ਹੀ ਉਹਦੇ ਉੱਤੇ ਹੱਥ ਚਲਾਉਣ ਲੱਗ ਜੇ, ਜੇ ਉਹਦਾ ਪੁੱਤਰ ਹੀ ਉਹਨੂੰ ਗੁੱਸੇ ਵਿੱਚ ਆ ਕੇ ਕਬੂਲ ਬੋਲ ਜੇ, ਮਾੜਾ ਬੋਲ ਜੇ, ਉਹਦੀ ਮਾਂ ਦਾ ਦਿਲ ਤੋੜ ਦੇ। ਪਰ ਮਾਂ ਦਾ ਦਿਲ, ਗੁਰੂ ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਹੈ ਕਿ ਐਸਾ ਕੋਮਲ ਹੁੰਦਾ ਹੈ। ਅੱਜ ਮਾਂ ਦਾ ਦਿਲ ਆਪਣੀ ਔਲਾਦ ਦੇ ਲਈ ਨਾਰਾਜ਼ ਹੈ, ਪਰ ਅਗਲੇ ਹੀ ਖਿਨ ਉਹ ਮਾਂ ਆਪਣੀ ਔਲਾਦ ਨੂੰ ਇਉਂ ਪਿਆਰ ਕਰਦੀ ਹੈ ਜਿਵੇਂ ਮੁੱਢੋਂ ਪਿਆਰ ਕਰਦੀ ਆ ਰਹੀ, ਜਿਵੇਂ ਕੋਈ ਪੁੱਤਰ ਨੇ, ਕੋਈ ਔਲਾਦ ਨੇ, ਕੋਈ ਧੀ ਨੇ ਗਲਤੀ ਕੀਤੀ ਨਹੀਂ। ਜਿਸ ਤਰ੍ਹਾਂ ਮਾਂ ਦਾ ਸੁਭਾਅ ਹੈ ਨਾ, ਕਬੀਰ ਸਾਹਿਬ ਕਹਿੰਦੇ ਰੱਬ ਦਾ ਸੁਭਾਅ ਵੀ ਇਹੀ ਹੈ। ਅੱਜ ਤੂੰ ਨਿਰਗੁਣ ਹੈ, ਅੱਜ ਤੂੰ ਇਆਣਾ ਹੈ, ਤੂੰ ਗਲਤੀ ਕੀਤੀ ਹੈ, ਤੈਨੂੰ ਲੱਗਿਆ ਕਿ ਹਾਏ ਮੈਂ ਇੰਨੀ ਗਲਤੀ ਕੀਤੀ, ਮੈਂ ਰੱਬ ਦਾ ਨਾਮ ਕਿਵੇਂ ਲਾਂ। ਅਸੀਂ ਅਕਸਰ ਇਹੀ ਕਹਿੰਦੇ ਹਾਂ ਕਿ ਮੈਂ ਸਾਰੀ ਜ਼ਿੰਦਗੀ ਪਾਪ ਕੀਤੇ, ਮੈਨੂੰ ਤੇ ਗੁਟਕਾ ਫੜਨ ਨੂੰ ਵੀ ਸ਼ਰਮ ਆਉਂਦੀ ਹੈ। ਹਾਏ ਮੈਂ ਰੱਬ ਕਿਵੇਂ ਕਰਾਂ, ਨਾ ਮੈਂ ਗਲਤੀ ਕਰ ਰਿਹਾ, ਮੈਂ ਤੇ ਕਰਾਂਗਾ ਨਹੀਂ। ਅੱਜ ਸਾਡੇ ਕੋਲ ਇਹ ਵੀ ਬਹਾਨੇ ਆ, ਅਸੀਂ ਕਹੀਏ ਕਿ ਤੂੰ ਕਿਉਂ ਨਹੀਂ ਬਾਣੀ ਪੜ੍ਹਦਾ, ਲੈ ਅਸੀਂ ਪਾਪੀ ਲੋਕ ਆ, ਅਸੀਂ ਕਿੱਥੇ ਕਰ ਲਾਂਗੇ ਬਾਣੀ। ਮਹਾਰਾਜ ਜੀ ਕਹਿੰਦੇ ਜਿਵੇਂ ਮਾਂ ਚੇਤੇ ਨਹੀਂ ਰੱਖਦੀ ਨਾ ਪੁੱਤਰ ਦੇ ਅਪਰਾਧ, ਰੱਬ ਵੀ ਚੇਤੇ ਨਹੀਂ ਰੱਖਦਾ। ਜੇ ਤੂੰ ਅੱਜ ਚੇਤੇ ਕਰ ਲੈ ਤੇ ਅੱਜ ਹੀ ਰੱਬ ਨੇ ਤੈਨੂੰ ਗਲਵਕੜੀ ਲਾ ਲੈਣਾ। ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰੱਖ ਸਤੇਤੇ। ਜਨਨੀ ਇੱਕ ਵੀ ਰੱਖਦੀ ਨਹੀਂ। ਰਾਮਈਆ ਹੋਂ ਬਾਰਿਕ ਤੇਰਾ, ਕਾਹੇ ਨਾ ਖੰਡਸ ਅਵਗੁਣ ਮੇਰਾ। ਮੈਂ ਤੇਰਾ ਪੁੱਤਰ ਹੀ ਹਾਂ ਰੱਬ, ਤੂੰ ਫਿਰ ਮੇਰੇ ਅਵਗੁਣਾਂ ਨੂੰ ਕਿਉਂ ਨਹੀਂ ਖੰਡਦਾ, ਕਿਉਂ ਨਹੀਂ ਤੂੰ ਮੇਰੇ ਅਵਗੁਣਾਂ ਨੂੰ ਮਾਫ ਕਰਕੇ ਮੈਨੂੰ ਗੱਲ ਲਾਉਂਦਾ। ਉੱਥੇ ਜ਼ਿਕਰ ਹੈ ਜੇ ਅਤ ਕਰੋਪ ਕਰੇ ਕਰ ਧਾਇਆ। ਅਤ ਕਰੋਪ, ਜੇ ਪੁੱਤਰ ਆ ਕੇ ਮਾਂ ਨੂੰ ਅਤ ਕਰੋਪ, ਗੁੱਸੇ ਦੇ ਨਾਲ ਹੱਥ ਵੀ ਚੱਕਦੇ, ਮਾੜਾ ਵੀ ਕਹਿ ਦੇ, ਜੇ ਅਤ ਕਰੋਪ ਕਰੇ ਕਰ ਧਾਇਆ, ਤਾਂ ਵੀ ਚੀਤ ਨਾ ਰੱਖ ਸਮਾਇਆ।
ਮਾਂ ਆਪਣੇ ਮਨ ਦੇ ਵਿੱਚ ਇੱਕ ਵੀ ਗੱਲ ਨਹੀਂ ਰੱਖਦੀ, ਸਭ ਭੁਲਾ ਕੇ ਮਾਫ ਕਰ ਦਿੰਦੀ ਹੈ। ਰੱਬ ਦਾ ਵੀ ਇਹ ਸੁਭਾਅ ਹੈ। ਜੇ ਅਤ ਕ੍ਰੋਧ ਕਰੇ ਕਰਤਾਇਆ, ਤਾਂ ਵੀ ਚੀਤ ਨਾ ਰੱਖ ਸਮਾਇਆ। ਚਿੰਤ ਭਵਨ ਮਨ ਪਰਿਓ ਹਮਾਰਾ, ਨਾਮ ਬਿਨਾ ਕੈਸੇ ਉਤਰਸ ਪਾਰਾ। ਕਿਉਂਕਿ ਇਹ ਸ਼ਬਦ ਮੈਂ ਕਬੀਰ ਸਾਹਿਬ ਦਾ ਇਸ ਲਈ ਲਿਆ, ਇਸ ਵਿਸ਼ੇ ਨੂੰ ਖੋਲ ਰਿਹਾ। ਉਹ ਦਾਸ ਦਾ ਇਹੀ ਬਸ ਮਨ ਦਾ ਇੱਕ ਖਿਆਲ ਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸ਼ਬਦਾਂ ਤੋਂ ਹੀ ਖੋਲਿਆ ਜਾਏ, ਕਿੱਥੇ ਜਾਣ ਦੀ ਲੋੜ ਨਾ ਪਏ। ਲੋੜ ਹੈ ਵੀ ਨਹੀਂ, ਇਹ ਤੇ ਸਾਡੀ ਮੱਤ ਹੁੰਦੀ ਹੈ ਕਿ ਅਸੀਂ ਕਈ ਵਾਰੀ ਚਲੋ ਅਸੀਂ ਬਾਹਰ ਦੀ ਗੱਲ ਲੈ ਲੈਂਦੇ ਹਾਂ, ਪਰ ਲੋੜ ਵੀ ਨਹੀਂ ਹੈ। ਇੰਨਾ ਕੁਝ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ, ਇੱਕ ਸ਼ਬਦ ਨੂੰ ਖੋਲਣ ਵਾਸਤੇ ਸੈਂਕੜੇ ਸ਼ਬਦ ਮਿਲ ਜਾਣਗੇ ਸਾਨੂੰ। ਜੇ ਅਤ ਕ੍ਰੋਧ ਕਰੇ ਕਰਤਾਇਆ, ਤਾਂ ਵੀ ਚੀਤ ਨਾ ਰੱਖ ਸਮਾਇਆ। ਚਿੰਤ ਭਵਨ ਮਨ ਪਰਿਓ ਹਮਾਰਾ, ਨਾਮ ਬਿਨਾ ਕੈਸੇ ਉਤਰਸ ਪਾਰਾ। ਕਿਉਂਕਿ ਨਾਮ ਨੂੰ ਜਪਣ ਦੇ ਵਿੱਚ ਔਕੜਾਂ ਕਿਹੜੀਆਂ ਆ ਰਹੀਆਂ ਨੇ, ਇਹ ਵੀ ਆਈ ਹੋਈ ਹੈ ਕੋਕੜ, ਹਾਏ ਮੈਂ ਅਸੀਂ ਤੇ ਪਾਪੀਆਂ ਕਿਵੇਂ ਜਪੀਏ। ਹੁਣ ਮੇਰਾ ਮਨ ਚਿੰਤਾ ਦੇ ਵਿੱਚ ਪਿਆ ਹੋਇਆ, ਮੈਂ ਨਾਮ ਤੋਂ ਬਿਨਾ ਪਾਰ ਕਿਵੇਂ ਹੋਵਾਂਗਾ। ਚਿੰਤ ਭਵਨ ਮਨ ਪਰਿਓ ਹਮਾਰਾ, ਨਾਮ ਬਿਨਾ ਕੈਸੇ ਉਤਰਸ ਪਾਰਾ। ਦੇ ਬਿਮਲ, ਬਿਮਲ ਕਹਿੰਦੇ ਹੈ ਮਲ ਰਹਿਤ, ਮੈਲ ਤੋਂ ਰਹਿਤ ਤੂੰ ਇੱਕ ਮਤ ਦੇ। ਦੇਹ ਬਿਮਲ ਮਤ ਸਦਾ ਸਰੀਰਾ, ਸਹਿਜ ਸਹਿਜ ਗੁਣ ਰਵੇਂ ਕਬੀਰਾ। ਹੁਣ ਮੈਨੂੰ ਪਤਾ ਲੱਗ ਗਿਆ ਕਿ ਰੱਬ ਐ ਨਹੀਂ ਪ੍ਰਾਪਤ ਹੋਣ ਵਾਲਾ, ਐ ਹੱਥ ਪਾ ਕੇ ਨਹੀਂ, ਸਹਿਜ 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 ਇੱਕ ਇੱਕ ਕਰਕੇ ਮੈਂ ਆਪਣੀ ਮਾੜੀਆਂ ਆਦਤਾਂ ਨੂੰ ਛੱਡਾਂ। ਹੌਲੀ ਹੌਲੀ ਮੈਂ ਇਸ ਮਾਰਗ 'ਤੇ ਤੁਰਾਂ, ਮੈਂ ਹੌਲੀ ਹੌਲੀ ਉਹਦਾ ਨਾਮ ਜਪਾਂ ਅਤੇ ਹਿਰਦੇ 'ਚ ਵਸਾਵਾਂ। ਸਤਿਗੁਰੂ ਜੀ ਗੁਰੂ ਅਰਜਨ ਸਾਹਿਬ ਜੀ ਵੀ ਇਹ ਕਹਿੰਦੇ ਕਿ ਤੂੰ ਛੋਟੀਆਂ ਛੋਟੀਆਂ ਚੀਜ਼ਾਂ ਵਿੱਚੋਂ ਰੱਬ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ, ਫਿਰ ਤੈਨੂੰ ਅਸਲ ਰੂਪ ਦੇ ਵਿੱਚ ਉਸ ਰੱਬ ਦੇ ਗੁਣਾਂ ਦਾ ਪਤਾ ਲੱਗੇਗਾ। ਅਸ਼ਟਪਦੀ ਰਮਈਆ, ਰਮਈਆ ਦਾ ਮਤਲਬ ਹੈ ਸੋਹਣਾ ਖਸਮ। ਰਮਈਆ ਕੇ ਗੁਣ ਚੇਤ ਪ੍ਰਾਨੀ, ਉਸ ਪ੍ਰਭੂ ਦੇ ਗੁਣ ਚੇਤੇ ਕਰ। ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਮੂਲ ਤੇਰਾ ਮੂਲ ਕੀ ਸੀ ਤੇ ਕਵਨ ਦ੍ਰਿਸ਼ਟਾਨੀ, ਤੇ ਤੂੰ ਹੁਣ ਬਣਿਆ ਕੀ ਹੈ। ਦੁਨੀਆ ਦੇ ਵਿੱਚ ਰੱਬ ਦੇ ਬਣਾਏ ਹੋਏ ਬਹੁਤ ਸਾਰੇ ਨੇ ਜਿਹੜੇ ਮਿੱਟੀ ਨੂੰ ਢਾਲ ਕੇ ਭਾਂਡਾ ਬਣਾ ਦਿੰਦੇ ਆ, ਮੂਰਤੀ ਬਣਾ ਦਿੰਦੇ। ਰੱਬ ਦੇ ਬਣਾਏ ਹੋਏ ਬੜੇ ਨੇ ਜਿਹੜੇ ਮੈਟਲ ਤੋਂ ਮੂਰਤੀ ਬਣਾ ਦਿੰਦੇ ਆ। ਰੱਬ ਦੇ ਬਣਾਏ ਬੜੇ ਨੇ ਜਿਹੜੀਆਂ ਵੱਖ-ਵੱਖ ਚੀਜ਼ਾਂ ਤੋਂ, ਕੋਈ ਤਾਰਾਂ ਨੂੰ ਲਪੇਟ ਲਪੂਟ ਕੇ ਮੂਰਤੀ ਬਣਾ ਰਿਹਾ, ਕੋਈ ਮੈਟਲ ਤੋਂ ਬਣਾ ਰਿਹਾ, ਕੋਈ ਮਿੱਟੀ ਤੋਂ ਬਣਾ ਰਿਹਾ। ਹਰ ਇੱਕ ਇੱਥੇ ਧਰਤੀ ਤੇ ਸਖਤ ਪਦਾਰਥਾਂ ਤੋਂ, ਮਿੱਟੀ ਜਾਂ ਮੈਟਲ ਤੋਂ ਮੂਰਤ ਬਣ ਰਹੀ ਹੈ, ਪਰ ਪ੍ਰਭੂ ਜਿਹੜੀ ਮੂਰਤ ਬਣਾ ਰਿਹਾ ਹੈ ਉਹ ਪਾਣੀ ਤੋਂ ਮੂਰਤ ਬਣਾ ਰਿਹਾ। ਕਿਹੜਾ ਕਿਹੜਾ ਪਾਣੀ ਹੈ? ਪਿਤਾ ਦਾ ਬਿੰਦ ਹੈ ਤੇ ਮਾਤਾ ਦਾ ਰਕਤ ਹੈ, ਰਕਤ ਬਿੰਦ ਕਾ ਗਾਰਾ। ਕਹਿੰਦੇ ਤੂੰ ਮਾਤਾ ਦੇ ਗਰਭ ਦੇ ਵਿੱਚ ਜਦ ਸ਼ੁਰੂ ਹੋਇਆ, ਤੇਰਾ ਮੂਲ ਪਤਾ ਕੀ ਸੀ? ਇੱਕ ਤੇਰੇ ਪਿਤਾ ਦਾ ਬਸ ਇੱਕ ਬਿੰਦ ਸੀ ਬੀਰਜ, ਤੇ ਮਾਂ ਦਾ ਖੂਨ ਸੀ। ਇੱਥੋਂ ਤੇਰੀ ਸ਼ੁਰੂਆਤ ਹੋਈ ਹੈ। ਕਵਨ ਮੂਲ, ਕਿਹੜੇ ਮੂਲ ਤੋਂ ਤੂੰ ਸ਼ੁਰੂ ਹੋਇਆ ਹੈ? ਕਵਨ ਦ੍ਰਿਸ਼ਟਾਨੀ, ਤੇ ਤੂੰ ਕੀ ਬਣਿਆ ਹੋਇਆ ਅੱਜ? ਅੱਜ ਕਿੰਨਾ ਸੋਹਣਾ ਤੂੰ, ਤੇਰੀ ਗੁਰੂ ਪਾਤਸ਼ਾਹ ਜੀ ਕਹਿੰਦੇ ਤੇਰੀ ਚਮੜੀ, ਤੇਰੀ ਅੱਖਾਂ, ਤੇਰੇ ਨੈਣ ਨਕਸ਼, ਤੇਰਾ ਸਰੀਰ, ਤੇਰੀ ਤਾਕਤ, ਪਰ ਇਹਦਾ ਮੂਲ ਕੀ ਸੀ? ਰਕਤ ਤੇ ਬਿੰਦ। ਬਸ ਆ ਦੋ ਚੀਜ਼ਾਂ ਦਾ ਹੀ ਮਿਲਾਪ ਸੀ, ਹੋਰ ਕੁਝ ਨਹੀਂ ਸੀ। ਉਸ ਪ੍ਰਭੂ ਨੂੰ ਵਾਟ ਅ ਸਟਲ ਐਗਜ਼ਾਮਪਲ, ਗੁਰੂ ਅਰਜਨ ਸਾਹਿਬ ਜੀ, ਵਾਟ ਅ ਅਮੇਜ਼ਿੰਗ ਐਗਜ਼ਾਮਪਲ ਕਿ ਸਾਡੇ ਮੁੱਢ ਤੇ ਉਧਰ ਲੈ ਕੇ ਜਾ ਰਹੇ ਜਿੱਧਰੋਂ ਸਾਡੀ ਸ਼ੁਰੂਆਤ ਹੋਈ ਹੈ। ਹੈਵ ਵੀ ਐਵਰ ਥਾਟ ਅਬਾਊਟ ਦੈਟ? ਕਿ ਅਸੀਂ ਕਦੀ ਸੋਚਿਆ ਅਸੀਂ ਕਿੱਧਰੋਂ ਸ਼ੁਰੂ ਹੋਏ ਹਾਂ? ਗੁਰੂ ਅਰਜਨ ਸਾਹਿਬ ਜੀ ਸਾਨੂੰ ਝੰਜੋੜਦੇ ਹੈ, ਆਹ ਸੁਣ ਭਾਈ ਕਿੱਥੋਂ ਤੂੰ ਜੰਮਿਆ। ਇਹ ਦੇਖ, ਕਵਨ ਮੂਲ, ਬੂੰਦ ਪਾਣੀ ਦੀ ਬੂੰਦ ਸੈਂ ਤੂੰ। ਮਹਾਰਾਜ ਸਾਨੂੰ ਕਹਿੰਦੇ ਕਵਨ ਦ੍ਰਿਸ਼ਟਾਨੀ, ਤੇ ਉਹ ਰੱਬ ਦੇਖ ਲੈ, ਤੈਨੂੰ ਪਾਣੀ ਤੋਂ ਤੇਰੀ ਮੂਰਤੀ ਬਣਾਤੀ ਹੈ। ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਕੀ ਦਾ ਤੈਨੂੰ ਕੀ ਬਣਾਤਾ, ਤੂੰ ਸ਼ੁਕਰਾਨਾ ਕਰ ਉਹਦਾ। ਜਿਨ ਤੂੰ ਸਾਜ ਸਵਾਰ ਸਿੰਗਾਰਿਆ, ਗਰਭ ਅਗਨ ਮਹਿ ਜਿਨੈ ਉਬਾਰਿਆ। ਉਹਨੇ ਕਿੰਨਾ ਤੈਨੂੰ ਸਾਜਿਆ ਪਾਣੀ ਤੋਂ। ਪਾਣੀ ਦੀ ਮੂਰਤੀ ਇਸ ਧਰਤੀ ਤੇ ਕੋਈ ਨਹੀਂ ਬਣਾ ਸਕਦਾ, ਸਿਰਫ ਉਹ ਰੱਬ ਖਸਮ ਹੀ ਬਣਾ ਸਕਦਾ। ਉਹਨੇ ਪਾਣੀ ਦੀ ਇਹ ਮੂਰਤ ਬਣਾਤੀ, ਕੋਈ ਵੀ ਨਹੀਂ ਬਣਾ ਸਕਦਾ, ਸਿਰਫ ਉਹ ਬਣਾਉਣ ਵਾਲਾ ਹੈ। ਉਹਨੇ ਪਾਣੀ ਨੂੰ ਸਾਜ ਤੇ ਸਵਾਰ ਦਿੱਤਾ। ਅੱਜ ਵੀ ਸਾਡੀ ਬਾਡੀ 70% ਵਾਟਰ ਹੈ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਕਿੰਨਾ ਸਾਜਿਆ, ਕਿੰਨਾ ਸਵਾਰਿਆ। DNA ਵੱਖਰਾ, ਸਾਡਾ ਖੂਨ ਦਾ ਅੰਦਰ ਦਾ ਹਰ ਇੱਕ ਦੇ ਅੰਦਰ ਖਿਆਲ, ਸਭ ਨੂੰ ਯੂਨੀਕ ਤਰੀਕੇ ਨਾਲ ਤੂੰ ਸਵਾਰ ਤੇ ਸ਼ਿੰਗਾਰਿਆ। ਗਰਭ ਅਗਨ ਮੈਂ ਜਿਨੈ ਉਬਾਰਿਆ, ਤੂੰ ਮਾਤਾ ਦੇ ਗਰਭ ਦੇ ਵਿੱਚ ਬਚਾ ਕੇ ਰੱਖਿਆ। ਮਾਤ ਗਰਭ ਮਹਿ ਆਪਨ ਸਿਮਰਨ ਦੇ, ਤੇਹ ਤੁਮ ਰਾਖਨ ਹਾਰੇ। ਪਾਵਕ ਸਾਗਰ ਅਥਾ ਲਹਿਰ में ਤਾਰੋ ਤਾਰਨ ਹਾਰੇ। ਮਾਧੋ ਤੂੰ ਠਾਕੁਰ ਸਿਰ ਮੋਰਾ, ਇਹਾਂ ਉਹਾਂ ਹਰ ਥਾਂ ਤੇ, ਮਾਤਾ ਦੇ ਗਰਭ ਦੇ ਵਿੱਚ ਵੀ ਤੇ ਬਾਹਰ ਵੀ।
ਇੱਥੇ ਵੀ ਤੇ ਉੱਥੇ ਵੀ, ਇਸ ਲੋਕ 'ਚ ਵੀ ਤੇ ਪਰਲੋਕ ਦੇ ਵਿੱਚ। ਇਹਾਂ ਉਹਾਂ ਤੁਹਾਰੋ ਧੋਰਾ, ਜਦ ਬਣੇ ਨਹੀਂ ਸੀ, ਮਾਤਾ ਦੇ ਗਰਭ ਦੇ ਵਿੱਚ ਸੀ, ਤਾਂ ਵੀ ਤੂੰ ਸੀ ਪ੍ਰਭੂ ਬਚਾਉਣ ਵਾਲਾ। ਹੁਣ ਜੇ ਇਹ ਬਾਰੀ ਬਾਰ ਮਾਇਆ ਚਿੰਬੜੀ ਹੋਈ ਹੈ, ਇੱਥੇ ਵੀ ਤੂੰ ਬਚਾਉਣ ਵਾਲਾ, ਪਰ ਤੈਨੂੰ ਚੇਤਾ ਨਹੀਂ ਕੀਤਾ ਅਸੀਂ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਇਹਨੂੰ ਸ਼ਿੰਗਾਰਿਆ ਨਹੀਂ ਸ਼ਿੰਗਾਰਿਆ, ਸੱਸੇ ਨੂੰ ਬਿਹਾਰੀ ਹੈ, ਈ ਦੀ ਵੱਡੇ ਈ ਦੀ ਮਾਤਰਾ। ਗਰਭ ਅਗਨ ਮਹਿ ਜਿਨ ਹੈ ਉਬਾਰਿਆ, ਜਿਹਨੇ ਗਰਭ ਦੇ ਅੰਦਰ, ਮਾਂ ਦੇ ਗਰਭ ਦੇ ਅੰਦਰ ਦੀ ਅਗਨ ਵਿੱਚੋਂ ਬਚਾ ਕੇ ਤੈਨੂੰ ਪੈਦਾ ਕੀਤਾ। ਬਾਰ ਵਿਵਸਥਾ ਤੁਝੈ ਪਿਆਰਾ ਦੂਧ, ਭਰ ਜੋਬਨ ਭੋਜਨ ਸੁਖ ਸੂਦ। ਛੋਟੀ ਅਵਸਥਾ ਦੇ ਵਿੱਚ ਹੋਰ ਕੁਝ ਤੇਰਾ ਮਾਦਾ ਹਜ਼ਮ ਕਰਨ ਵਾਲਾ ਨਹੀਂ ਹੈ, ਪਰ ਤੇਰੇ ਵਾਸਤੇ ਰਿਜ਼ਕ ਪਹਿਲੇ ਰੱਖ ਦਿੱਤਾ। ਪਹਿਲਾਂ ਤੇਰਾ ਜਨਮ ਨਹੀਂ ਹੋਇਆ, ਪਹਿਲਾਂ ਤੈਨੂੰ ਤੇਰਾ ਰਿਜ਼ਕ ਬਣਾ ਕੇ ਰੱਬ ਨੇ ਮਾਂ ਦੇ ਅੰਦਰ ਦੁੱਧ ਸ਼ੀਰ ਅੰਮ੍ਰਿਤ। ਪਹਿਲਾਂ ਤੂੰ ਬਾਅਦ 'ਚ ਆਇਆ, ਪਰ ਮਾਂ ਦੇ ਸ਼ੀਰ ਅੰਮ੍ਰਿਤ, ਬਾਣੀ ਕਹਿੰਦੀ ਹੈ ਮਾਂ ਦੇ ਅੰਦਰ ਸ਼ੀਰ ਅੰਮ੍ਰਿਤ ਪਹਿਲਾਂ ਆ ਗਿਆ। ਇਹ ਹੈ ਕਿ ਪਿੱਛੋਂ ਤੂੰ ਜੰਮਿਆ, ਪਹਿਲਾਂ ਤੇਰਾ ਰਿਜ਼ਕ ਰੱਖ ਦਿੱਤਾ, ਤੂੰ ਉਹਦਾ ਸ਼ੁਕਰਾਨਾ ਨਹੀਂ ਕੀਤਾ। ਬਾਰ ਵਿਵਸਥਾ ਤੁਝੇ ਪਿਆਰਾ ਦੂਧ, ਤੈਨੂੰ ਦੁੱਧ ਵੀ, ਦੁੱਧ ਦਾ ਰੂਪ ਵੀ ਮਾਂ ਦਾ ਸ਼ੀਰ ਅੰਮ੍ਰਿਤ ਉਸ ਰੱਬ ਨੇ ਦਿੱਤਾ। ਭਰ ਜੋਬਨ ਭੋਜਨ ਸੁਖ ਸੂਦ, ਤੇ ਜੋਬਨ ਜਵਾਨੀ ਹੋਈ, ਕਿੰਨੇ ਕੁ ਸੁੱਖ ਤੈਨੂੰ ਮਿਲੇ, ਪਰ ਤੂੰ ਉਸ ਰੱਬ ਦਾ ਇੱਕ ਵਾਰ ਸ਼ੁਕਰਾਨਾ ਨਹੀਂ ਕੀਤਾ। ਅੱਗੇ ਸਤਿਗੁਰੂ ਜੀ ਦੱਸ, ਇੱਥੇ ਤੇ ਸਿਰਫ ਅਸੀਂ ਇਹ ਦੇਖ ਰਹੇ ਹਾਂ ਕਿ ਇਹ ਜੋਬਨ ਵੀ ਸਾਡੇ ਲਈ ਰੱਬ ਦੇ ਨਾਮ ਦੇ ਵਿੱਚ ਇੱਕ ਵਿਘਨ ਬਣ ਗਿਆ, ਕਿ ਇਹ ਜੋਬਨ ਦੇ ਵਿੱਚ ਸਾਨੂੰ ਜੋਬਨ ਦਾ ਇੰਨਾ ਅਹੰਕਾਰ ਹੋ ਗਿਆ ਕਿ ਰੱਬ ਦਾ ਸ਼ੁਕਰਾਨਾ ਭੁੱਲ ਗਿਆ। ਫਿਰ ਯਾਦ ਰੱਖਿਓ, ਇਸ ਅਸ਼ਟਪਦੀਆਂ ਦੇ ਵਿੱਚ, ਇਸ ਪਦੇ ਦੇ ਵਿੱਚ ਸਤਿਗੁਰੂ ਜੀ ਨਾਮ ਦੇ ਬੰਦਗੀ, ਨਾਮ ਦੇ ਉਸ ਪ੍ਰਭੂ ਦੇ ਸ਼ੁਕਰਾਨੇ, ਨਾਮ ਦੇ ਰਾਹੀਂ ਜਿਹੜੇ ਹਰਡਲਸ ਆਉਂਦੇ ਨੇ ਨਾ, ਜਿਹੜੇ ਇਹ ਨਾਮ ਦੇ ਵਿੱਚ ਰੁਕਾਵਟਾਂ ਬਣਦੇ ਨੇ, ਉਹ ਦੱਸ ਰਹੇ ਨੇ ਕਿ ਇਹ ਜੋਬਨ ਦੇ ਵਿੱਚ ਇਹ ਸੁੱਖ ਤੇ ਇਹ ਸਾਧਨ ਮਿਲੇ ਤੇ ਇਹ ਸਮਝ ਮਿਲੀ, ਤੈਨੂੰ ਰੱਬ ਚੇਤਾ ਨਹੀਂ ਆਇਆ। ਬਿਰਧ ਭਇਆ ਉੱਪਰ ਸਾਖ ਸੈਨ, ਮੁਖ ਅਪਿਆਉ ਬੈਠ ਕਉ ਦੈਨ। ਫਿਰ ਅਸੀਂ ਬਜ਼ੁਰਗ ਹੋਏ, ਉੱਪਰ ਸਾਖ ਸੈਨ, ਸਤਿਗੁਰੂ ਜੀ ਨੇ ਸਾਡੇ ਤੇ ਕਿਰਪਾ ਕੀਤੀ, ਸਾਡੇ ਸਾਖ ਸੰਬੰਧੀ ਸਾਡੀ ਸੇਵਾ ਵਾਸਤੇ ਵੀ ਲਾ ਦਿੱਤੇ। ਇਹ ਵੀ ਬੜੀ ਵੱਡੀ ਕਰਾਮਾਤ ਹੈ ਉਸ ਰੱਬ ਦੀ ਕਿ ਬਜ਼ੁਰਗੀ ਦੇ ਵਿੱਚ ਸੇਵਾ ਮਿਲ ਜਾਏ ਜੇ। ਬਿਰਧ ਪਿਆ ਉੱਪਰ ਸਾਖ ਸੈਨ, ਸਾਡੇ ਆਲੇ ਦੁਆਲੇ ਸਾਡੇ ਸਾਖ ਸੰਬੰਧੀ ਆ ਗਏ। ਮੁਖ ਅਪਿਆਉ ਬੈਠ ਕੋ ਦੈਨ, ਦੋ ਚੀਜ਼ਾਂ ਯਾਦ ਰੱਖਿਓ। ਸਿੱਧਾ ਪਹਿਲਾਂ ਗੁਰੂ ਸਾਹਿਬ ਨੇ ਜਦ ਅਸੀਂ ਜੰਮੇ ਸੀ ਤਾਂ ਵੀ ਮਾਤਾ ਦਾ ਸ਼ੀਰ ਅੰਮ੍ਰਿਤ ਇਹਨੂੰ ਹੀ ਕਿਹਾ, ਬਾਲ ਵਿਵਸਥਾ ਤੁਝੇ ਪਿਆਰਾ ਦੂਧ, ਤਾਂ ਵੀ ਸਾਡੇ ਅੰਦਰ ਸਮਰੱਥਾ ਨਹੀਂ ਸੀ ਅਸੀਂ ਆਪਣਾ ਰਿਜ਼ਕ ਦਾ ਆਪ ਧਿਆਨ ਰੱਖ ਸਕੀਏ। ਜਦ ਅਸੀਂ ਬਜ਼ੁਰਗ ਹੋ ਗਏ, ਬਿਰਧ ਪਿਆ ਉੱਪਰ ਸਾਖ ਸੈਨ, ਇਸ ਵੇਲੇ ਵੀ ਸਾਡੀ ਸਮਰੱਥਾ ਨਹੀਂ ਕਿ ਅਸੀਂ ਆਪਣਾ ਧਿਆਨ ਰੱਖ ਸਕੀਏ। ਮੁਖ ਅਪਿਆਓ ਬੈਠ ਕਉ ਦੈਨ, ਸਾਡੇ ਪੁੱਤਰ ਧੀਆਂ, ਸਾਡੇ ਸਾਖ ਸੰਬੰਧੀ ਜੇ ਬਜ਼ੁਰਗਾਂ ਦੇ ਮੂੰਹ ਦੇ ਵਿੱਚ ਭੋਜਨ ਪਾ ਰਿਹਾ, ਇਹ ਵੀ ਪ੍ਰਭੂ ਤੁਹਾਡੀ ਕਿਰਪਾ ਕਰਕੇ। ਇਹ ਨਿਰਗੁਣ ਗੁਣ ਕਛੂ ਨਾ ਬੁਝੈ, ਬਖਸ਼ ਲਿਓ ਤਉ ਨਾਨਕ ਸਿਝੈ। ਇਹ ਜਿਹੜਾ ਮਨੁੱਖ ਹੈ ਨਾ, ਜਿਹੜਾ ਸ਼ੁਰੂ ਕੀਤਾ ਨਿਰਗੁਣਿਆਰ ਇਆਨਿਆ ਸੋ ਪ੍ਰਭ ਸਦਾ ਸੰਭਾਲ, ਦੋ ਗੱਲਾਂ ਸਤਿਗੁਰੂ ਜੀ ਨੇ ਦੋ ਤੁਕਾਂ 'ਚ ਦੱਸਤੀਆਂ ਕਿ ਤੂੰ ਉਸ ਪ੍ਰਭੂ ਨੂੰ ਚੇਤੇ ਕਰ, ਜਿਨ ਕੀਆ ਤਿਸ ਚੀਤ ਰੱਖ, ਉਹਨੂੰ ਚੇਤੇ ਰੱਖ। ਤੇ ਇੱਥੇ ਵੀ ਦੱਸਤਾ ਇਹ ਨਿਰਗੁਣ ਗੁਣ ਕਛੂ ਨਾ ਬੁਝੈ, ਹੇ ਨਿਰਗੁਣ ਮਨੁੱਖ ਆਹ ਤੇ ਚੇਤੇ ਰੱਖ ਲੈ, ਮਾਤਾ ਦੇ ਗਰਭ ਦੇ ਵਿੱਚ ਤੂੰ ਆਇਆ ਸੈਂ, ਉੱਥੋਂ ਬਣਿਆ ਪਾਣੀ ਤੋਂ ਤੂੰ ਕੀ ਬਣਾਇਆ ਰੱਬ ਨੇ ਤੈਨੂੰ, ਰਕਤ ਤੋਂ, ਤੇ ਹੁਣ ਸਭ ਕੁਛ ਹੈ, ਪਰ ਇਹ ਨਿਰਗੁਣ ਬੁਝਦਾ ਨਹੀਂ, ਇਹ ਗੁਣਾਂ ਨੂੰ ਨਹੀਂ ਜਾਣਦਾ। ਗੁਣ ਕਛੂ ਨਾ ਬੁਝੈ, ਪਰ ਸਤਿਗੁਰੂ ਜੀ ਤੁਸੀਂ ਕਿਰਪਾ ਕਰੋ, ਬਖਸ਼ ਲਿਓ ਤਉ ਨਾਨਕ ਸੀਜੈ, ਰਾਖ ਲਿਓ ਹਮ ਤੇ ਬਿਖਰੀ, ਸਾਡੇ ਵਿਗੜਿਆਂ ਨੂੰ ਰਾਖ ਲਿਓ। ਸਤਿਗੁਰੂ ਜੀ ਕਿਰਪਾ ਕਰੋ, ਸਾਨੂੰ ਇਹ ਪਤਾ ਲੱਗੇ, ਨਾ ਦੇਵ ਦਾਨਵਾ ਨਰਾ, ਨਾ ਸਿੱਧ ਸਾਧਕਾ ਧਰਾ, ਅਸਤ ਏਕ ਦਿਗਰ ਕੋਈ, ਏਕ ਤੂਈ, ਦੇਣ ਵਾਲਾ ਤੂੰ ਹੈ, ਤੂੰ ਹੀ ਹੈ, ਸਦਾ ਹੀ ਦੇਣ ਵਾਲਾ ਹੈ। ਬਖਸ਼ ਲਿਓ, ਤੁਸੀਂ ਬਖਸ਼ ਲਓ ਸਾਨੂੰ, ਤਉ ਨਾਨਕ ਸੀਜੈ। ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਜੇ ਪ੍ਰਭੂ ਬਖਸ਼ ਲੇ ਤਾਂ ਤੈਨੂੰ ਪਤਾ ਲੱਗੇਗਾ। ਸੀਜੈ ਦਾ ਮਤਲਬ ਤੂੰ ਇਸ ਮਨ ਨੂੰ ਜਿੱਤ ਸਕੇਂਗਾ, ਤੂੰ ਸਿੱਝਾਂ, ਤੂੰ ਸਮਝ ਜਾਏਗਾ ਕਿ ਕਿੱਥੇ ਕਿੱਥੇ ਮੈਂ ਰੱਬ ਦਾ ਸ਼ੁਕਰਾਨਾ ਕਰਾਂ। ਤੈਨੂੰ ਪਤਾ ਲੱਗ ਜਾਏਗਾ ਕਿਹੜੀ ਐਸੀ ਗੱਲ ਹੈ ਜਿਹੜੇ ਪ੍ਰਭੂ ਦੇ ਸ਼ੁਕਰਾਨੇ ਤੋਂ ਬਾਹਰ ਹੈ। ਸੋ ਅੱਜ ਇੱਥੇ ਹੀ ਸਮਾਪਤੀ ਹੈ ਚੌਥੀ ਅਸ਼ਟਪਦੀ ਦੀ ਆਰੰਭਤਾ, ਔਰ ਆਰੰਭਤਾ ਦੇ ਨਾਲ ਹੀ ਪਹਿਲੇ ਪਦੇ ਨੂੰ ਅਸੀਂ
ਵਿਚਾਰਿਆ ਹੈ ਸ਼ਲੋਕ ਤੇ ਪਹਿਲਾ ਪਦਾ। ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।